हाँ जी दोस्तों, सत श्री अकाल जी। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਗਦੇਵ ਐਜੂਕੇਸ਼ਨ ਹੱਬ ਪਟਿਆਲਾ ਦੇ YouTube ਚੈਨਲ ਦੇ ਉੱਤੇ। ਦੋਸਤੋ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ੍ਹ ਤੋਂ ਪੇਪਰ ਕੰਡਕਟ ਹੋਣੇ ਸਟਾਰਟ ਹੋਏ ਨੇ। ਪੇਪਰ ਕੰਡਕਟ ਕੌਣ ਕਰ ਰਿਹਾ ਜੀ? ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਅੱਜ ਵੀ ਇੱਕ ਪੇਪਰ ਕੰਡਕਟ ਕੀਤਾ ਗਿਆ, ਸ਼ਿਫਟਾਂ ਦੇ ਵਿੱਚ ਪੇਪਰ ਕੰਡਕਟ ਹੋ ਰਹੇ ਨੇ। ਦੋਸਤੋ, ਉਹ ਜਿਹੜੇ ਪੇਪਰ ਕੰਡਕਟ ਹੋ ਰਹੇ ਨੇ ਅੱਜ ਉਹਨਾਂ ਦੇ ਵਿੱਚ ਜੋ ਮਾਰਨਿੰਗ ਸ਼ਿਫਟ ਦੇ ਵਿੱਚ ਪੇਪਰ ਕੰਡਕਟ ਹੋਇਆ ਉਹਦੇ ਅਸੀਂ ਕੁਝ ਕੁਐਸਚਨਸ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਦੋਸਤੋ, ਇਹ ਜੋ ਪੇਪਰ ਕੰਡਕਟ ਹੋ ਰਿਹਾ ਇਹ ਕਲੈਰੀਕਲ ਐਗਜ਼ਾਮ ਹੈ। ਇਹ ਯਾਨੀ ਕਿ ਇਹਦੇ ਵਿੱਚ ਪੋਸਟਰਸ ਨੇ, ਸਬਜੈਕਟਿਵ ਜਿਹੜੀਆਂ ਪੋਸਟਰਸ ਨੇ ਉਹ ਕਿਹੜੇ ਨੇ? ਕਲੈਰੀਕਲ ਪੋਸਟਰਸ ਨੇ ਦੋਸਤੋ। ਠੀਕ ਹੈ ਜੀ। ਇਹ ਕੈਂਡੀਡੇਟ ਸਾਡੇ ਸਟੇਟ ਦੀਆਂ ਜਿੰਨੇ ਵੀ ਸਬੋਰਡੀਨੇਟ ਕੋਰਟਸ ਨੇ ਉਹਨਾਂ ਦੇ ਵਿੱਚ ਐਜ਼ ਏ ਕਲਰਕ ਕਰਨਗੇ, ਜੌਬ ਕਰਨਗੇ। ਅਤੇ ਇਸ ਨੂੰ ਜੋ ਕੰਡਕਟ ਕਰਨ ਵਾਲੀ ਬਾਡੀ ਹੈ ਯਾਨੀ ਕਿ ਉਹ ਕਿਸ ਦੇ ਥਰੂ ਹੋ ਰਿਹਾ? ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਰ ਰਹੀ ਹੈ, ਸੁਪਰਵਿਜ਼ਨ ਇਸ ਦੀ ਕਰ ਰਹੀ ਹੈ। ਅਤੇ ਦੋਸਤੋ, ਉਸਦੇ ਜੋ ਕੁਐਸਚਨਸ ਅੱਜ ਦੀ ਜੋ ਸ਼ਿਫਟ ਦੇ ਵਿੱਚ ਆਏ ਨੇ ਉਸਦਾ ਕੁਝ ਪੋਰਸ਼ਨ ਅਸੀਂ ਮੈਂ ਯਾਨੀ ਕਿ ਅਮਰਜੀਤ ਸਿੰਘ ਅਤੇ ਨਾਲ ਮੇਰੇ ਸੰਦੀਪ ਮੈਮ ਅਸੀਂ ਤੁਹਾਡੇ ਨਾਲ 1 ਬਾਈ 1 ਕਰਕੇ ਡਿਸਕਸ ਕਰਾਂਗੇ। ਜੋ ਮੇਰੇ ਜ਼ੋਨ ਦੇ ਕੁਐਸਚਨ ਹੋਣਗੇ ਉਹਨਾਂ ਨੂੰ ਮੈਂ ਡਿਸਕਸ ਕਰਾਂਗਾ, ਜੋ ਸੰਦੀਪ ਮੈਮ ਦੇ ਜ਼ੋਨ ਦੇ ਕੁਐਸਚਨ ਹੋਣਗੇ ਉਹਨਾਂ ਨੂੰ ਸੰਦੀਪ ਮੈਮ ਡਿਸਕਸ ਕਰਨਗੇ। ਦੋਸਤੋ, ਅਸੀਂ ਤੁਹਾਡੇ ਨਾਲ ਸਿਰਫ ਇਹ ਕੁਐਸਚਨ ਹੀ ਨਹੀਂ ਡਿਸਕਸ ਕਰਾਂਗੇ। ਫੋਰ ਐਗਜ਼ਾਮਪਲ, ਮੰਨ ਲਓ ਤੁਹਾਨੂੰ ਇਸ ਪੇਪਰ ਦੇ ਵਿੱਚ ਕੋਈ ਕੁਐਸਚਨ ਆਇਆ ਤਾਂ ਤੁਹਾਨੂੰ ਸਿਰਫ ਉਸ ਕੁਐਸਚਨ ਦਾ ਆਨਸਰ ਨਹੀਂ ਦੱਸਿਆ ਜਾਏਗਾ, ਉਸ ਨੂੰ ਐਕਸਪਲੇਨ ਕੀਤਾ ਜਾਵੇਗਾ ਅਤੇ ਉਸਦੇ ਪ੍ਰੋਜ਼ ਐਂਡ ਕੋਨਸ ਦੱਸੇ ਜਾਣਗੇ। ਭਾਵ ਉਸ ਕੁਐਸਚਨ ਦੇ ਨਾਲ ਮਿਲਦੀ ਜੁਲਦੀਆਂ ਗੱਲਾਂ ਦੱਸੀਆਂ ਜਾਣਗੀਆਂ ਜੋ ਕਿ ਪ੍ਰੋਬੇਬਿਲਿਟੀ ਹੋਵੇਗੀ, ਜਿਨ੍ਹਾਂ ਦੀ ਕੀ ਹੋਵੇਗੀ? ਪ੍ਰੋਬੇਬਿਲਿਟੀ ਹੋਵੇਗੀ ਆਉਣ ਵਾਲੇ ਐਗਜ਼ਾਮਸ ਦੇ ਵਿੱਚ। ਅਤੇ ਦੋਸਤੋ, ਅਸੀਂ ਤੁਹਾਨੂੰ ਹੁਣ ਇਸ ਜੋ ਸੀਰੀਜ਼ ਹੈ ਇਸ ਨੂੰ ਸਟਾਰਟ ਕਰਨ ਲੱਗੇ ਹਾਂ ਅਤੇ ਇਸ ਨੂੰ ਸਟਾਰਟ ਕਰਦਿਆਂ ਹੀ ਸਭ ਤੋਂ ਪਹਿਲਾ ਜੋ ਕੁਐਸਚਨ ਹੈ ਉਸ ਨੂੰ ਮੈਂ ਸਟਾਰਟ ਕਰਾਂਗਾ ਅਤੇ ਉਸ ਨੂੰ ਅੱਗੇ ਵਧਾਉਂਦੇ ਹੋਏ ਮੇਰੇ ਤੋਂ ਸਟਾਰਟ ਕਰਦੇ ਹੋਏ ਤੁਹਾਨੂੰ ਸੰਦੀਪ ਮੈਮ, ਇਸ ਤਰ੍ਹਾਂ ਅਸੀਂ 1 ਬਾਈ 1 ਤੁਹਾਨੂੰ ਕੁਐਸਚਨ ਆ ਜੋ ਡਿਸਕਸ ਕਰਾਂਗੇ। ਹਾਂਜੀ ਦੋਸਤੋ, ਇਸ ਸੀਰੀਜ਼ ਦੇ ਵਿੱਚ ਜੋ ਪਹਿਲਾ ਕੁਐਸਚਨ ਹੈ ਉਹ ਆਰਟੀਕਲ 128 ਨੂੰ ਲੈ ਕੇ ਆ। ਕਿਸ ਨੂੰ ਲੈ ਕੇ ਆ? ਆਰਟੀਕਲ 128 ਨੂੰ, ਯਾਨੀ ਕਿ ਅਟੈਂਡੈਂਸ ਆਫ ਰਿਟਾਇਰਡ ਜੱਜਸ ਆਫ ਸੁਪਰੀਮ ਕੋਰਟ। ਅਟੈਂਡੈਂਸ ਆਫ ਰਿਟਾਇਰਡ ਜੱਜਸ ਆਫ ਸੁਪਰੀਮ ਕੋਰਟ। ਜੇਕਰ ਤੁਸੀਂ 127 ਅਤੇ 128 ਦੋ ਆਰਟੀਕਲ ਦੇਖੋਗੇ ਕੌਨਸਟੀਟਿਊਸ਼ਨ ਦੇ, ਕਿਹੜੇ ਕਿਹੜੇ? 127 ਅਤੇ 128। ਇਹਨਾਂ ਦੇ ਵਿੱਚ ਇਸ ਜੋ ਪ੍ਰੋਵੀਜ਼ਨ ਹੈ ਇਹਦਾ ਵਰਣਨ ਕੀਤਾ ਗਿਆ। ਇਸ ਪ੍ਰੋਵੀਜ਼ਨ ਦੇ ਵਿੱਚ ਕੀ ਹੈ ਦੋਸਤੋ? ਜਿਸ ਤਰ੍ਹਾਂ ਦੇ ਨਾਲ ਕੀ ਹੁੰਦਾ ਗਾ ਵੀ ਜਦੋਂ ਤੁਹਾਨੂੰ ਪਤਾ ਹੀ ਆ ਸਾਡੀ ਜਿਹੜੀਆਂ ਜੁਡੀਸ਼ੀਅਲ ਕੋਰਟਸ ਨੇ ਉਹਨਾਂ ਦੇ ਉੱਪਰ ਬਰਡਨ ਬਹੁਤ ਜ਼ਿਆਦਾ ਆ। ਜੇਕਰ ਤੁਸੀਂ ਮੈਜਿਸਟ੍ਰੇਟ ਲੈਵਲ 'ਤੇ ਵੀ ਚਲੇ ਜਾਓਗੇ, ਉਹਨਾਂ 'ਤੇ ਜਿਹੜੀਆਂ ਵੀ ਉੱਥੇ ਸਿਵਲ ਅਤੇ ਕ੍ਰਿਮੀਨਲ ਕੋਰਟਸ ਨੇ ਉਹਨਾਂ ਦੇ ਵਿੱਚ ਕੇਸ ਬੜੇ ਹੀ ਲੰਬੇ ਸਮੇਂ ਤੋਂ ਲਟਕ ਰਹੇ ਨੇ। ਅਤੇ ਉਸ ਬੋਝ ਨੂੰ ਘਟਾਉਣ ਵਾਸਤੇ ਸੁਪਰੀਮ ਕੋਰਟ ਕੀ ਕਰਦੀ ਹੈਗੀ? ਪ੍ਰੈਜ਼ੀਡੈਂਟ ਦੇ ਪ੍ਰਾਇਰ ਅਪਰੂਵਲ ਦੇ ਨਾਲ ਯਾਨੀ ਕਿ ਪ੍ਰੈਜ਼ੀਡੈਂਟ ਦੇ ਅਪਰੂਵਲ ਦੇ ਨਾਲ ਕਿਸੇ ਵੀ ਜਿਹੇ ਜੱਜ ਨੂੰ ਜੋ ਸੁਪਰੀਮ ਕੋਰਟ ਦੇ ਵਿੱਚ ਆਪਦੀ ਸੇਵਾ ਨਿਭਾ ਚੁੱਕਿਆ ਹੋਵੇ, ਜੋ ਹਾਈ ਕੋਰਟ ਦੇ ਵਿੱਚ ਸੇਵਾ ਨਿਭਾ ਚੁੱਕਿਆ ਹੋਵੇ, ਜਿਵੇਂ ਕਿ ਸੰਵਿਧਾਨ ਦੇ ਇਸ ਆਰਟੀਕਲ 'ਚ ਲਿਖਿਆ ਹੋਇਆ ਯਾਨੀ ਕਿ ਫੈਡਰਲ ਕੋਰਟ ਦੇ ਵਿੱਚ ਆਪਦੀ ਸੇਵਾ ਨਿਭਾ ਚੁੱਕਿਆ ਹੋਵੇ, ਤਾਂ ਉਸ ਅਜਿਹੇ ਪਰਸਨ ਨੂੰ ਜਿਸ ਕੋਲ ਅਜਿਹਾ ਐਕਸਪੀਰੀਅੰਸ ਹੋਵੇ ਬੀਇੰਗ ਏ ਜੱਜ ਐਜ਼ ਆ ਸੁਪਰੀਮ ਕੋਰਟ, ਜੱਜ ਐਜ਼ ਆ ਹਾਈ ਕੋਰਟ, ਜੱਜ ਐਜ਼ ਆ ਫੈਡਰਲ ਕੋਰਟ, ਉਸ ਨੂੰ ਸੁਪਰੀਮ ਕੋਰਟ ਦਾ ਚੀਫ ਜਸਟਿਸ ਆਫ ਇੰਡੀਆ ਯਾਨੀ ਕਿ ਮੁੱਖ ਜੱਜ ਪ੍ਰੈਜ਼ੀਡੈਂਟ ਦੀ ਪ੍ਰਵਾਨਗੀ ਦੇ ਨਾਲ ਐਜ਼ ਏ ਐਡਹੌਕ ਜੱਜ ਕੀ ਕਰ ਸਕਦਾ ਗਾ? ਅਪੁਆਇੰਟ ਕਰ ਸਕਦਾ ਗਾ। ਕੀ ਕਰ ਸਕਦਾ ਦੋਸਤੋ? ਅਪੁਆਇੰਟ ਕਰ ਸਕਦਾ। ਅਤੇ ਉਸ ਨੂੰ ਜੋ ਵੀ ਤਨਖਾਹ ਦੇ ਭੱਤੇ ਮਿਲਣਗੇ ਉਸ ਨੂੰ ਇੱਕ ਅਜਿਹੇ ਜੱਜ ਦੇ ਮਿਲਣਗੇ ਜੋ ਜੇਕਰ ਉਸ ਨੂੰ ਅਪੁਆਇੰਟ ਨਾ ਕੀਤਾ ਜਾਂਦਾ ਜੇ ਉਹ ਐਕਚੁਅਲ ਜੱਜ ਹੁੰਦਾ। ਫੋਰ ਐਗਜ਼ਾਮਪਲ, ਮੰਨ ਲਓ ਸੁਪਰੀਮ ਕੋਰਟ ਦੇ ਵਿੱਚ 11 ਸੀਟਾਂ ਨੇ ਅਤੇ ਜੱਜ 10 ਨੇ, ਅਤੇ ਜਿਹੜੀ ਤਨਖਾਹ 11ਵੇਂ ਜੱਜ ਦੀ ਹੋਣੀ ਸੀ, ਜੋ ਭੱਤੇ 11ਵੇਂ ਜੱਜ ਨੂੰ ਮਿਲਣੇ ਸੀ, ਉਸ ਜੱਜ ਨੂੰ ਉਹੀ ਭੱਤੇ ਮਿਲਣਗੇ ਜਿਹੜਾ 11ਵੇਂ ਜੱਜ ਦੀ ਜਗ੍ਹਾ 'ਤੇ ਅਪੁਆਇੰਟ ਕੀਤਾ ਜਾਊਗਾ ਐਜ਼ ਏ ਐਡਹੌਕ ਜੱਜ। ਅਤੇ ਜਾਣੀ ਕਿ ਇਸ ਦੇ ਵਿੱਚ ਕਿਹੜੇ ਜੱਜਾਂ ਨੂੰ ਚੁਣਿਆ ਜਾਂਦਾ ਗਾ? ਰਿਟਾਇਰਡ ਜੱਜ ਨੂੰ ਚੁਣਿਆ ਜਾਂਦਾ, ਜਿਨ੍ਹਾਂ ਦੇ ਕੋਲ ਐਜ਼ ਏ ਜੱਜ ਐਕਸਪੀਰੀਅੰਸ ਸੀਗਾ ਸੁਪਰੀਮ ਕੋਰਟ ਦੇ ਵਿੱਚ, ਹਾਈ ਕੋਰਟ ਦੇ ਵਿੱਚ ਅਤੇ ਫੈਡਰਲ ਕੋਰਟ ਦੇ ਵਿੱਚ। ਠੀਕ ਹੈ ਦੋਸਤੋ। ਅਤੇ ਅਗਲਾ ਇਸ ਦੇ ਵਿੱਚ ਅਸੀਂ ਕੁਐਸਚਨ ਜੋ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਉਹ ਕਰ ਰਹੇ ਹਾਂ ਦੋਸਤੋ ਇੰਡੀਅਨ ਪ੍ਰੀਮੀਅਰ ਲੀਗ ਦੇ ਬਾਰੇ। ਕਿਸ ਦੇ ਬਾਰੇ? ਇੰਡੀਅਨ ਪ੍ਰੀਮੀਅਰ ਲੀਗ ਦੇ ਬਾਰੇ। ਜਾਣੀ ਕਿ ਇੰਡੀਅਨ ਪ੍ਰੀਮੀਅਰ ਲੀਗ ਦਾ ਕਿਹੜਾ ਐਡੀਸ਼ਨ ਦੀ ਗੱਲ ਕਰ ਰਹੇ ਹਾਂ? ਅਸੀਂ 15ਵੀਂ ਐਡੀਸ਼ਨ ਦੀ ਗੱਲ ਕਰ ਰਹੇ ਹਾਂ। ਕਿਹੜੇ ਦੀ? 15ਵੀਂ ਐਡੀਸ਼ਨ ਦੀ, ਜੋ ਕਿ ਹੁਣੇ ਪਿੱਛੇ ਜੇ ਹੋ ਕੇ ਹਟਿਆ। ਦੋਸਤੋ, ਇਸ ਐਡੀਸ਼ਨ ਦੇ ਵਿੱਚ ਇੱਕ ਨਵੀਂ ਟੀਮ ਆਈ ਜਿਹਦਾ ਨਾਮ ਸੀਗਾ ਦੋਸਤੋ ਗੁਜਰਾਤ ਟਾਈਟਨ। ਕੀ ਨਾਮ ਸੀਗਾ? ਗੁਜਰਾਤ ਟਾਈਟਨ। ਗੁਜਰਾਤ ਟਾਈਟਨ ਇੱਕ ਨਵੀਂ ਟੀਮ ਬਣੀ। ਕੋਈ ਮੈਚ ਉਹਨਾਂ ਨੇ ਇੱਕ ਲੈਵਲ ਤੋਂ ਥੱਲੇ ਆ ਕੇ ਨਹੀਂ ਖੇਡਿਆ, ਹਰੇਕ ਮੈਚ ਦੇ ਵਿੱਚ ਉਹਨਾਂ ਨੇ ਡੇ ਬਾਈ ਡੇ ਨਵੀਂ ਗਰੋਥ ਕੀਤੀ ਆ ਅਤੇ ਫਾਈਨਲੀ ਉਹਨਾਂ ਨੇ ਕੀ ਹੈ ਜੋ ਇਹ ਤਾਜ ਹੈਗਾ IPL ਦਾ ਆਪਦੇ ਸਿਰ 'ਤੇ ਜੋ ਹੈ ਜੜਵਾ ਲਿਆ।
ਤੇ ਇਸ ਟੀਮ ਦੇ ਜੋ ਕੈਪਟਨ ਸੀਗੇ ਦੋਸਤੋ ਉਹ ਕੌਣ ਸੀਗੇ? ਹਾਰਦਿਕ ਪਾਂਡਿਆ। ਕੌਣ ਸੀਗੇ? ਹਾਰਦਿਕ ਪਾਂਡਿਆ। ਤੇ ਇਸ ਦਾ ਜੋ ਇਸ ਦਾ ਪੂਰਾ ਨਾਮ ਕੀ? ਗੁਜਰਾਤ ਟਾਈਟਨ ਹੈਗਾ। ਇਸ ਨੇ ਕਿਸ ਨੂੰ ਹਰਾਇਆ? ਰਾਜਸਥਾਨ ਰਾਇਲਸ ਨੂੰ ਹਰਾਇਆ। ਰਾਜਸਥਾਨ ਰਾਇਲਸ ਨੂੰ ਹਰਾਇਆ। ਤੇ ਮੈਚ ਜਿਹੜਾ ਫਾਈਨਲ ਹੋਇਆ ਸੀ ਕਿੱਥੇ ਹੋਇਆ ਸੀ? ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਇਆ ਸੀਗਾ। ਕਿੱਥੇ ਹੋਇਆ ਸੀ? ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਇਆ ਸੀ ਦੋਸਤੋ। ਤੇ ਇਹ ਸਟੇਡੀਅਮ ਕਿੱਥੇ ਹੈ ਜੀ? ਅਹਿਮਦਾਬਾਦ ਦੇ ਵਿੱਚ ਹੈ। ਕਿੱਥੇ ਹੈ ਦੋਸਤੋ? ਇਹ ਅਹਿਮਦਾਬਾਦ ਦੇ ਵਿੱਚ ਹੈ ਦੋਸਤੋ। ਤੇ ਇਸ ਦੇ ਨਾਲ ਕੁਝ ਹੋਰ ਮਿਲੀਆਂ ਜੁਲੀਆਂ ਗੱਲਾਂ ਨੇ ਦੋਸਤੋ IPL ਦੇ ਨਾਲ। ਤੇ ਸਭ ਇਸ ਦੇ ਵਿੱਚ ਇੱਕ ਹੋਰ ਅਵਾਰਡ ਦਿੱਤਾ ਜਾਂਦਾ ਜੋ ਦਿੱਤਾ ਜਾਂਦਾ ਹੈਗਾ ਐਮਰਜਿੰਗ ਪਲੇਅਰ। ਐਮਰਜਿੰਗ ਪਲੇਅਰ ਕੀ ਹੁੰਦਾ ਦੋਸਤੋ? IPL ਦੇ ਵਿੱਚ ਜੋ ਵੀ ਕੋਈ ਨਵਾਂ ਚਿਹਰਾ ਹੁੰਦਾ ਗਾ, ਜੋ ਚੰਗਾ ਪਰਫਾਰਮ ਕਰਦਾ, ਜੋ ਯੰਗਸਟਰ ਹੁੰਦਾ ਗਾ, ਉਸ ਦੇ ਵਿੱਚ ਇੱਕ ਏਜ ਫਿਕਸ ਕੀਤੀ ਹੁੰਦੀ ਹੈਗੀ। ਠੀਕ ਹੈ ਜੀ। ਜੋ ਯੰਗਸਟਰ ਪਲੇਅਰ ਹੈਗਾ, ਜੋ ਅੱਛਾ ਪਰਫਾਰਮ ਕਰਦਾ, ਤਾਂ ਉਸ ਨੂੰ ਇਹ ਅਵਾਰਡ ਦਿੰਦਾ। ਇਹ ਅਵਾਰਡ ਮਿਲਿਆ ਸੀ ਦੋਸਤੋ ਉਮਰਾਨ ਮਲਿਕ ਨੂੰ। ਕਿਸ ਨੂੰ ਮਿਲਿਆ ਸੀ? ਉਮਰਾਨ ਮਲਿਕ ਨੂੰ, ਜੋ ਕਿਹੜੀ ਟੀਮ 'ਚ ਖੇਡੇ ਸੀ? ਸਨਰਾਈਜ਼ਰਸ ਹੈਦਰਾਬਾਦ। ਕਿਸ ਦੇ ਵਿੱਚ ਖੇਡੇ ਸੀ? ਸਨਰਾਈਜ਼ਰਸ ਹੈਦਰਾਬਾਦ ਦੇ ਵਿੱਚ ਦੋਸਤੋ ਇਹ ਖੇਡੇ ਸੀਗੇ ਉਮਰਾਨ ਮਲਿਕ ਜੀ। ਉਮਰਾਨ ਮਲਿਕ ਜੀ ਨੂੰ ਅੱਜ ਦੇ ਟਾਈਮ ਦੇ ਵਿੱਚ ਭਾਰਤ ਦਾ ਸਭ ਤੋਂ ਤੇਜ਼ ਗੇਂਦਬਾਜ਼ ਮੰਨਿਆ ਜਾਂਦਾ। ਤੇ ਇਸ IPL ਦੇ ਵਿੱਚ ਉਹਨਾਂ ਨੇ ਬੜੀਆਂ ਮੱਲਾਂ ਮਾਰੀਆਂ ਤੇ ਇੱਕ ਚੰਗਾ ਨਾਮ ਕਮਾਇਆ ਇਸ IPL ਦੇ ਵਿੱਚ। ਤੇ ਇਸੇ ਕਰਕੇ ਇਹਨਾਂ ਨੂੰ ਕੀ ਬਣਾਇਆ ਗਿਆ? ਐਮਰਜਿੰਗ ਪਲੇਅਰ ਬਣਾਇਆ ਗਿਆ। ਤੇ ਜੇਕਰ ਅਸੀਂ ਗੱਲ ਕਰੀਏ ਇਹ ਰਣਜੀ ਕਿਸ ਟੀਮ ਵੱਲੋਂ ਖੇਡਦੇ ਨੇ ਜਾਂ ਕਿਸ ਟੀਮ ਦੇ ਸਟੇਟ ਪਲੇਅਰ ਨੇ, ਤਾਂ ਉਸ ਕਹਾਂਗੇ J&K ਦੇ, ਜਾਣੀ ਕਿ ਜੰਮੂ ਐਂਡ ਕਸ਼ਮੀਰ ਦੇ। ਠੀਕ ਹੈ ਦੋਸਤੋ। ਤੇ ਇਸ ਦੇ ਵਿੱਚ ਇੱਕ ਖਿਤਾਬ ਮਿਲਦਾ ਗਾ IPL ਦੇ ਵਿੱਚ ਜਿਸ ਨੂੰ ਕਹਿੰਦਾ ਜੀ ਔਰੇਂਜ ਕੈਪ। ਔਰੇਂਜ ਕੈਪ ਕੀ ਹੁੰਦਾ ਗਾ? ਕੋਈ ਵੀ ਅਜਿਹਾ ਪਲੇਅਰ ਜਿਹੜਾ ਬੈਟਰ ਪਰਫਾਰਮ ਕਰਦਾ ਗਾ। ਠੀਕ ਹੈ ਜੀ। ਕੋਈ ਵੀ ਅਜਿਹਾ ਬੈਟਰ, ਜਾਣੀ ਕਿ ਇਹੋ ਜਿਹਾ ਬੈਟਸਮੈਨ ਜੋ ਬੈਟਰ ਪਰਫਾਰਮ ਕਰਦਾ ਗਾ, ਜਿਹੜਾ ਸਭ ਤੋਂ ਜ਼ਿਆਦਾ ਸਕੋਰ ਬਣਾਉਂਦਾ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਜੌਸ ਬਟਲਰ ਨੇ ਸਭ ਤੋਂ ਜ਼ਿਆਦਾ ਕੀ ਕਰੀ ਸੀ? ਸਕੋਰ ਬਣਾਈ ਸੀ। ਕਿਸ ਨੇ ਬਣਾਈ ਸੀ? ਜੌਸ ਬਟਲਰ ਨੇ। ਜੌਸ ਬਟਲਰ ਦੋਸਤੋ ਇੰਗਲੈਂਡ ਦੇ ਵਿਕਟ ਕੀਪਰ ਬੱਲੇਬਾਜ਼ ਨੇ। ਕਿਸ ਦੇ ਨੇ? ਇੰਗਲੈਂਡ ਦੇ ਵਿਕਟ ਕੀਪਰ ਬੱਲੇਬਾਜ਼ ਨੇ। ਤੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਕੋਰ ਬਣਾਏ, ਜਿਨ੍ਹਾਂ ਨੇ ਬਹੁਤ ਹਰੇਕ ਮੈਚ ਦੇ ਵਿੱਚ ਆਪਾਂ ਕਹਿ ਦਈਏ ਵੀ ਲਗਾਤਾਰ ਉਹਨਾਂ ਨੇ ਸੈਂਚਰੀਜ਼ ਤੇ 50 ਲਗਾਈਆਂ। ਤੇ ਦੋਸਤੋ ਇਸ ਦੇ ਨਾਲ ਹੀ ਇੱਕ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰਨੀ ਹੈ। ਪੁੱਛਿਆ ਜਾਂਦਾ ਵੀ ਪਹਿਲਾ ਜਿਹੜਾ IPL ਹੋਇਆ ਸੀਗਾ, ਉਸ ਨੂੰ ਜਿੱਤਿਆ ਕਿਹਨੇ ਸੀ? ਉਸ ਨੂੰ ਦੋਸਤੋ ਜਿੱਤਿਆ ਸੀ ਰਾਜਸਥਾਨ ਰਾਇਲਸ ਨੇ ਜਿੱਤਿਆ ਸੀਗਾ। ਉਸ ਦੇ ਕਪਤਾਨ ਕੌਣ ਸੀਗੇ? ਸ਼ੇਨ ਵਾਰਨ ਸੀਗੇ, ਮਰਹੂਮ, ਜਿਹੜੇ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਸ਼ੇਨ ਵਾਰਨ ਕੌਣ ਸੀਗੇ? ਸ਼ੇਨ ਵਾਰਨ ਕੀ ਇਸ ਦੇ ਕਪਤਾਨ ਸੀ। ਕਿਸ ਦੇ ਸੀਗੇ? ਰਾਜਸਥਾਨ ਰਾਇਲ ਦੇ ਸੀ, ਜਿਸ ਨੇ ਕੀ ਕਰਿਆ ਸੀਗਾ? ਪਹਿਲਾ ਕੀ ਜਿੱਤਿਆ ਸੀ? IPL ਜਿੱਤਿਆ ਸੀ। ਤੇ ਇਸ IPL ਦੇ ਵਿੱਚ ਕੀ ਸੀ? ਉਹ 15ਵੇਂ ਐਡੀਸ਼ਨ ਦੇ ਵਿੱਚ ਰਨਰ ਅਪ ਸੀਗੇ। ਸ਼ੇਨ ਵਾਰਨ ਹੁਣ ਸਾਡੇ ਨਾਲ ਨਹੀਂ ਰਹੇ। ਤੇ ਇੱਕ ਬਹੁਤ, ਜੇ ਅਸੀਂ ਕਹੀਏ, ਸਭ ਤੋਂ ਤਕੜੇ ਸਪਿਨਰ ਮੰਨੇ ਗਏ ਨੇਗੇ ਉਹ ਸ਼ੇਨ ਵਾਰਨ ਜੀ। ਤੇ ਉਹਨਾਂ ਦਾ ਇੰਟਰਨੈਸ਼ਨਲ ਰਿਕਾਰਡ ਨੇ, ਜਾਣੀ ਕਿ ਸਭ ਤੋਂ ਵੱਧ ਵਿਕਟ ਲੈਣ ਦਾ ਜਿਹੜਾ ਰਿਕਾਰਡ ਆ ਉਹਨਾਂ ਦੇ ਨਾਮ ਰਿਹਾ ਪਹਿਲਾਂ। ਠੀਕ ਹੈ ਦੋਸਤੋ। ਤੇ ਇਸ ਦੇ ਨਾਲ ਹੀ ਸਭ ਤੋਂ ਵੱਧ ਵਾਰ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਧ ਵਾਰ ਇਸ ਖਿਤਾਬ ਨੂੰ ਕਿਸ ਨੇ ਜਿੱਤਿਆ? ਮੁੰਬਈ ਇੰਡੀਅਨ ਨੇ ਜਿੱਤਿਆ ਗਾ। ਕਿਸ ਨੇ ਜਿੱਤਿਆ? ਮੁੰਬਈ ਇੰਡੀਅਨ ਨੇ ਜਿੱਤਿਆ। ਤੇ ਉਸਦੇ ਅਜੋਕੇ ਜੋ ਕੈਪਟਨ ਨੇ ਮੁੰਬਈ ਇੰਡੀਅਨ ਦੇ, ਉਹ ਕੌਣ ਨੇ? ਰੋਹਿਤ ਸ਼ਰਮਾ ਨੇ, ਜੋ ਕਿ ਭਾਰਤੀ ਟੀਮ ਦੇ ਵੀ ਕੀ ਨੇਗੇ? ਕੈਪਟਨ ਨੇਗੇ। ਉਸ ਤੋਂ ਬਿਨਾਂ ਦੋਸਤੋ ਸ਼ਿਖਰ ਧਵਨ ਨੇ ਇਸ ਦੇ ਵਿੱਚ ਇੱਕ ਰਿਕਾਰਡ ਬਣਾਇਆ 700 ਚੌਕੇ ਮਾਰਨ ਦਾ। IPL ਦੇ ਵਿੱਚ ਅੱਜ ਤੱਕ ਜਿੰਨੇ ਵੀ ਮੈਚ ਉਹਨਾਂ ਨੇ ਖੇਡੇ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਕਿੰਨੇ ਚੌਕੇ ਪੂਰੇ ਕਰਤੇ? ਆਪਦੇ 700 ਚੌਕੇ ਪੂਰੇ ਕਰਤੇ। ਨਾਲ ਹੀ ਇੱਕ ਹੋਰ ਗੱਲ ਆ, ਇੱਕ ਹੁਣ ਵਨਡੇ ਸੀਰੀਜ਼ ਸਟਾਰਟ ਹੋ ਰਹੀ ਹੈਗੀ ਸਾਊਥ ਅਫਰੀਕਾ ਦੇ ਨਾਲ। ਉਸ ਦੇ ਜੋ ਕੈਪਟਨ ਬਣਾਏ ਗਏ ਨੇ ਉਹ ਕੌਣ ਬਣਾਏ ਗਏ ਨੇ? ਸ਼ਿਖਰ ਧਵਨ ਬਣਾਏ ਗਏ ਨੇ ਦੋਸਤੋ। ਤੇ ਅਗਲਾ ਕੁਐਸਚਨ ਤੁਹਾਡੇ ਨਾਲ ਸਾਡੇ ਹੁਣ ਸੰਦੀਪ ਮੈਮ ਹੈ ਜੋ ਡਿਸਕਸ ਕਰਨਗੇ। ਜਿਵੇਂ ਕਿ ਅਗਲਾ ਕੁਐਸਚਨ ਕੀ ਹੈ? ਬੰਗਾਲ ਸਟੀਲ ਪਲਾਂਟ ਦੁਰਗਾਪੁਰ। ਠੀਕ ਹੈ। ਉਹਦਾ ਨਾਮ ਕੀ ਹੈ? ਬੰਗਾਲ ਸਟੀਲ ਪਲਾਂਟ। ਲੋਕੇਸ਼ਨ ਕੀ ਹੈ ਉਹਦੀ? ਦੁਰਗਾਪੁਰ ਸਟੀਲ ਪਲਾਂਟ। ਤਾਂ ਕਰਕੇ ਆਪਾਂ ਇਹਨੂੰ ਕੀ ਬੋਲ ਦਿੰਦੇ ਆ? ਦੁਰਗਾਪੁਰ ਸਟੀਲ ਪਲਾਂਟ। ਠੀਕ ਹੈ। ਸਾਡੀ ਕੰਟਰੀ ਦੀ ਇਹ ਫਸਟ PSU ਸੀ। PSU ਦੀ ਫੁੱਲ ਫਾਰਮ ਕੀ ਹੁੰਦੀ ਹੈ? ਪਬਲਿਕ ਸਰਵਿਸ ਯੂਨਿਟ। ਮਤਲਬ ਜਿਹੜੀ ਕਿ ਕੰਪਲੀਟਲੀ ਗਵਰਨਮੈਂਟ ਦੁਆਰਾ, ਸਰਕਾਰ ਦੁਆਰਾ ਚਲਾਈ ਜਾਂਦੀ ਹੈ, ਉਹਨੂੰ ਅਸੀਂ ਕੀ ਬੋਲਦੇ ਹਾਂ? PSU। ਠੀਕ ਹੈ। 1955 ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਸੀ। ਹੁਣ ਇੱਥੇ ਕੁਐਸਚਨ ਪੁੱਛ ਸਕਦੇ ਆ ਵੀ ਜਿਹੜੇ ਦੁਰਗਾਪੁਰ ਸਟੀਲ ਪਲਾਂਟ ਉਹ ਕਿਹਦੀ ਕੋਲੈਬੋਰੇਸ਼ਨ ਨਾਲ ਲਾਇਆ ਗਿਆ? ਤਾਂ ਇਹ UK ਜਾਣੀ ਕਿ ਇੰਗਲੈਂਡ ਦੀ ਕੋਲੈਬੋਰੇਸ਼ਨ ਦੇ ਨਾਲ ਲਾਇਆ ਗਿਆ ਸੀਗਾ। ਤੇ ਇਹ ਸੇਲ ਦੇ ਅੰਡਰ ਆਉਂਦਾ। ਠੀਕ ਹੈ। ਸੇਲ ਕੀ ਹੈ ਸਾਡੀ? ਸਟੀਲ ਅਥਾਰਟੀ ਆਫ ਇੰਡੀਆ, ਇੱਕ ਮਹਾਰਤਨਾ ਕੰਪਨੀ ਹੈ। ਸਾਡੇ ਇੰਡੀਆ 'ਚ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਮਹਾਰਤਨਾ ਕੰਪਨੀਜ਼। ਉਹਨਾਂ 'ਚੋਂ ਇੱਕ ਕੀ ਆ? ਸੇਲ, ਜਿਹਦੇ ਅੰਡਰ ਆਉਂਦਾ ਵਾ ਦੁਰਗਾਪੁਰ ਸਟੀਲ ਪਲਾਂਟ। ਠੀਕ ਹੈ। ਹੁਣ ਸਿਮਿਲਰਲੀ ਸਾਡੀ ਕੰਟਰੀ 'ਚ ਹੋਰ ਵੀ ਬਹੁਤ ਸਾਰੇ ਸਟੀਲ ਪਲਾਂਟਸ ਆ, ਜਿਵੇਂ ਕਿ ਰਾਊਰਕੇਲਾ ਸਟੀਲ ਪਲਾਂਟ। ਠੀਕ ਹੈ। ਇਹ ਕਿਹੜੀ ਕੰਟਰੀ ਦੀ ਕੋਲੈਬੋਰੇਸ਼ਨ ਨਾਲ ਲਾਇਆ ਗਿਆ? ਜਰਮਨੀ। ਇਸ ਤੋਂ ਬਾਅਦ ਆਉਂਦਾ ਬਲਾਈ ਤੇ ਬੋਕਾਰੋ। ਇਹ ਲਾਇਆ ਗਿਆ USSR, ਜਿਹਨੂੰ ਕਿ ਅੱਜ ਕੱਲ੍ਹ ਅਸੀਂ ਕੀ ਬੋਲਦੇ ਹਾਂ? ਰਸ਼ੀਆ। ਠੀਕ ਹੈ। ਸੋ ਇਹ 4 ਮੇਨ ਸਟੀਲ ਪਲਾਂਟਸ ਆ। ਦੁਰਗਾਪੁਰ UK ਦੀ ਕੋਲੈਬੋਰੇਸ਼ਨ ਨਾਲ, ਰਾਊਰਕੇਲਾ ਜਰਮਨੀ, ਬੋਕਾਰੋ ਤੇ ਬਲਾਈ USSR ਦੀ ਕੋਲੈਬੋਰੇਸ਼ਨ ਦੇ ਨਾਲ। ਠੀਕ ਹੈ ਜੀ। ਇਸ ਤੋਂ ਬਾਅਦ ਸਾਡਾ ਨੈਕਸਟ ਕੁਐਸਚਨ ਹੈ
ਵਿਟਾਮਿਨਸ ਬਾਰੇ, ਠੀਕ ਹੈ। 2 ਵਿਟਾਮਿਨਸ ਦੀ ਗੱਲ ਕੀਤੀ ਗਈ ਹੈ, B6 ਤੇ B12। ਇਹਨਾਂ ਬਾਰੇ ਮੋਸਟਲੀ ਕੁਐਸਚਨ ਆਉਂਦਾ ਵੀ ਇਹਨਾਂ ਦਾ ਸਾਇੰਟੀਫਿਕ ਨੇਮ ਕੀ ਹੈ। ਸੋ B6 ਨੂੰ ਅਸੀਂ ਕੀ ਬੋਲਦੇ ਹਾਂ, ਪਾਇਰੀਡੋਕਸਿਨ, ਤੇ B12 ਨੂੰ ਕੀ ਬੋਲਦੇ ਆ, ਕੋਬਾਲਾਮਿਨ, ਠੀਕ ਹੈ ਜੀ। ਇਹ ਦੋਨੇ B ਕੰਪਲੈਕਸ ਫੈਮਿਲੀ ਨੂੰ ਬਿਲੋਂਗ ਕਰਦੇ ਆ। ਜਿਹੜਾ ਵਿਟਾਮਿਨ B ਆ ਉਹਨੂੰ B ਕੰਪਲੈਕਸ ਬੋਲ ਦਿੰਦੇ ਆ, ਕਿਉਂਕਿ ਇਹਦੇ ਵਿੱਚ ਅੱਗੇ ਕਾਫੀ ਸਾਰੇ ਵਿਟਾਮਿਨਸ ਆਉਂਦੇ ਆ, ਜਿਵੇਂ B1 B2, ਠੀਕ ਹੈ, ਸੀਕੁਐਂਸ ਵਾਈਜ਼ ਆਉਂਦੇ ਆ। ਸੋ ਇਹ ਸਾਰੀ ਫੈਮਿਲੀ ਨੂੰ ਕੀ ਬੋਲਦੇ ਆ, B ਕੰਪਲੈਕਸ ਵਿਟਾਮਿਨਸ। ਇਹਨਾਂ ਦਾ ਮੇਨ ਕੰਮ ਕੀ ਆ, ਇਹ ਸਾਡੇ ਫੂਡ ਨੂੰ એનર્ਜੀ 'ਚ ਕਨਵਰਟ ਕਰਦੇ ਆ, ਠੀਕ ਹੈ ਜੀ। ਹੁਣ ਇਹ B6 B12 ਇਹਦਾ ਇਨਟੇਕ ਕਿੰਨਾ ਕਰਨਾ, ਮਤਲਬ ਅਸੀਂ ਡੋਜ਼ ਇਹਦੀ ਕਿੰਨੀ ਲੈਣੀ ਆ। ਇਹਦੇ ਲਈ ਸਾਡੇ ਕੰਟਰੀ ਦੇ ਵਿੱਚ ਇੱਕ ਬੋਡੀ ਬਣੀ ਹੋਈ ਆ, ਫੂਡ ਐਂਡ ਨਿਊਟ੍ਰੀਸ਼ਨ ਬੋਰਡ। ਇਹਨੇ ਡਿਸਾਈਡ ਕੀਤਾ ਹੋਇਆ ਵੀ ਜਿਹੜੇ ਵੱਖ-ਵੱਖ ਜਿਹੜੇ ਵਿਟਾਮਿਨਸ ਆ ਉਹਦੀ ਆਪਾਂ ਕਿੰਨੀ ਕੁਆਂਟੀਟੀ ਲੈਣੀ ਆ। ਸੋ ਇਹਦੇ ਅਕੋਰਡਿੰਗ ਜਿਹੜਾ ਵਿਟਾਮਿਨ B12 ਆ ਉਹਦੀ ਕੁਆਂਟੀਟੀ ਕਿੰਨੀ ਆ, 2.4 ਮਾਈਕਰੋਗ੍ਰਾਮਸ, ਤੇ ਜਿਹੜਾ B6 ਉਹਦੀ ਕਿੰਨੀ ਆ, 1.3 ਮਿਲੀਗ੍ਰਾਮਸ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਦੇ ਸੋਰਸਿਸ ਦੀ, ਕਿ B6 ਤੇ B12 ਸਾਨੂੰ ਮਿਲਦੇ ਕਿਹੜੇ-ਕਿਹੜੇ ਸਰੋਤਾਂ ਤੋਂ ਆ। ਸੋ ਜਿਹੜਾ ਵਿਟਾਮਿਨ B6 ਆ ਉਹਦੇ 2 ਸਰੋਤ ਮੇਨ ਆ, ਬਨਾਨਾ ਐਂਡ ਸਪਾਈਨਚ, ਯਾਨੀ ਕਿ ਕੇਲਾ ਤੇ ਪਾਲਕ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਜਿਹੜਾ B12 ਆ ਉਹਦੇ ਸੋਰਸ ਕੀ ਆ, ਐਗਸ ਐਂਡ ਡੇਰੀ ਪ੍ਰੋਡਕਟ, ਮੇਨਲੀ ਐਨੀਮਲ ਪ੍ਰੋਡਕਟ, ਠੀਕ ਹੈ, ਜਿਹੜੇ ਸਾਨੂੰ ਐਨੀਮਲਸ ਤੋਂ ਮਿਲਦੇ ਆ, ਜਿਵੇਂ ਅੰਡੇ ਹੋ ਗਏ, ਡੇਰੀ ਪ੍ਰੋਡਕਟ ਜਿਵੇਂ ਮਿਲਕ ਹੋ ਗਿਆ, ਪਨੀਰ ਹੋ ਗਿਆ। ਸੋ ਇਹ ਕਾਹਦੇ ਸੋਰਸ ਆ, B12 ਦੇ। ਤੇ ਦੋਨਾਂ ਦੇ ਕਾਮਨ ਸੋਰਸਿਸ ਵੀ ਨੇ ਕੁਛ, ਜਿਵੇਂ ਜ਼ਿਆਦਾਤਰ ਉਹ ਨਾਨ ਵੈਜ ਨੇ, ਮੀਟਸ ਨੇ, ਜਿਵੇਂ ਸੈਲਮਨ ਹੋ ਗਿਆ, ਚਿਕਨ ਹੋ ਗਿਆ ਤੇ ਟਰਕੀ ਹੋ ਗਿਆ, ਜਿਹਦੇ ਤੋਂ ਸਾਨੂੰ B6 ਵੀ ਮਿਲਦਾ ਤੇ B12 ਵੀ ਮਿਲਦਾ। ਇਸ ਤੋਂ ਬਾਅਦ ਨੈਕਸਟ ਕੁਐਸਚਨ ਸਰ। ਹਾਂਜੀ ਦੋਸਤੋ, ਅਗਲਾ ਕੁਐਸਚਨ ਦੋਸਤੋ ਫਿਰ ਤੁਹਾਨੂੰ ਪੋਲਿਟੀ ਦੇ ਪੋਰਸ਼ਨ 'ਚ ਆਉਂਦਾਗਾ, ਕਨਸਟੀਟਿਊਸ਼ਨ ਦੇ ਪੋਰਸ਼ਨ ਦੇ ਵਿੱਚ ਆਉਂਦਾਗਾ। ਇਸ ਦੇ ਵਿੱਚ ਤੁਹਾਡੇ ਜੋ 4 ਆਰਟੀਕਲ ਨੇ ਜਿਹੜੇ ਉਹ ਕੀ ਨੇਗੇ, ਕੇਂਦਰ ਬਿੰਦੂ ਨੇਗੇ। ਇਹਦੇ ਵਿੱਚ ਪਹਿਲਾ ਜੋ ਆਰਟੀਕਲ ਆਉਂਦਾ ਦੋਸਤੋ, ਆਉਂਦਾਗਾ ਆਰਟੀਕਲ 21, ਯਾਨੀ ਕਿ ਆਰਟੀਕਲ ਰਿਲੇਟਡ ਟੂ ਦਾ ਲਾਈਫ ਐਂਡ ਦਾ ਪਰਸਨਲ ਲਿਬਰਟੀ, ਯਾਨੀ ਕਿ ਤੁਹਾਡੀ ਜ਼ਿੰਦਗੀ ਦੇ ਜਿਉਣ ਦੇ ਅਧਿਕਾਰ ਦੇ ਨਾਲ ਜੋ ਹੈ ਦੋਸਤੋ ਉਹ ਕੀ ਕਰਿਆ ਜਾਂਦਾਗਾ, ਇਹ ਜਿਹੜਾ ਆਰਟੀਕਲ ਰਿਲੇਟ ਕਰਦਾ। ਦੋਸਤੋ ਇਸ ਦੇ ਜੇਕਰ ਅਸੀਂ ਕਨਸਟੀਟਿਊਸ਼ਨ ਦੇ ਆਰਟੀਕਲਸ ਦੀ ਗੱਲ ਕਰਦੇ ਹਾਂ, ਇਹ ਆਰਟੀਕਲਸ ਜਿਹੜੇ ਆਉਂਦੇ ਨੇਗੇ ਫੰਡਾਮੈਂਟਲ ਰਾਈਟ ਦੇ ਨਾਲ ਰਿਲੇਟਡ ਨੇਗੇ ਦੋਸਤੋ। ਜਿਹੜੇ ਫੰਡਾਮੈਂਟਲ ਰਾਈਟ ਨੇ ਦੋਸਤੋ ਸਾਡੇ ਆਉਂਦੇ ਨੇ ਉਹ ਪਾਰਟ 3 ਦੇ ਵਿੱਚ ਆਉਂਦੇ ਨੇ। ਕਿਹਦੇ ਵਿੱਚ ਆਉਂਦੇ ਨੇ ਦੋਸਤੋ, ਪਾਰਟ 3 ਦੇ ਵਿੱਚ ਆਉਂਦੇ ਨੇ ਦੋਸਤੋ। ਇਸ ਜੇਕਰ ਤੁਹਾਨੂੰ ਕੁਐਸਚਨ ਆਵੇ ਕਿ ਕਿਸ ਚੀਜ਼ ਨੂੰ ਇੰਡੀਅਨ ਮੈਗਨਾ ਕਾਰਟਾ ਕਿਹਾ ਜਾਂਦਾਗਾ, ਕਿਸ ਚੀਜ਼ ਨੂੰ ਕੀ ਕਿਹਾ ਜਾਂਦਾਗਾ, ਇੰਡੀਅਨ ਮੈਗਨਾ ਕਾਰਟਾ, ਤਾਂ ਆਪਾਂ ਦੋਸਤੋ ਕਹਾਂਗੇ ਇੰਡੀਅਨ ਮੈਗਨਾ ਕਾਰਟਾ ਕਿਸ ਨੂੰ ਕਿਹਾ ਜਾਂਦਾ ਦੋਸਤੋ, ਤਾਂ ਫੰਡਾਮੈਂਟਲ ਰਾਈਟਸ ਨੂੰ ਕਿਹਾ ਜਾਂਦਾ। ਦੋਸਤੋ ਤੁਹਾਡੇ ਜ਼ਿਹਨ ਦੇ ਵਿੱਚ ਇਹ ਵੀ ਆਇਆ ਹੋਊਗਾ ਕਿ ਮੈਗਨਾ ਕਾਰਟਾ ਸ਼ਬਦ ਕੀ ਆ। ਦੋਸਤੋ 1215 ਦੇ ਵਿੱਚ ਇੰਗਲੈਂਡ ਦੇ ਵਿੱਚ ਜਦੋਂ ਇੰਗਲੈਂਡ ਦੇ ਲੋਕਾਂ ਨੂੰ ਕੁਝ ਅਧਿਕਾਰ ਦੇਣ ਦੀ ਗੱਲ ਕਰੀ ਗਈ, ਜਾਣੀ ਕਿ ਵਿਲੱਖਣ ਗੱਲ ਕੀਤੀ ਗਈ, ਜਿਹੜੀ ਗੱਲ ਪਹਿਲਾਂ ਸਾਡੇ ਸਮਾਜ 'ਚ ਨਹੀਂ ਸੀਗੀ, ਤਾਂ ਉਸ ਜਿਹੜੀ ਅਧਿਕਾਰ ਜਿਹੜੇ ਦਿੱਤੇ ਗਏ ਉਹਨਾਂ ਨੂੰ ਕੀ ਕਿਹਾ ਗਿਆ, ਮੈਗਨਾ ਕਾਰਟਾ ਕਿਹਾ ਗਿਆ। ਉਸੇ ਤਰ੍ਹਾਂ ਹੀ ਸਾਡੇ ਭਾਰਤ ਦੇ ਸੰਵਿਧਾਨ ਨੇ ਸਾਡੇ ਭਾਰਤੀਆਂ ਨੂੰ, ਸਾਡੇ ਇੰਡੀਅਨ ਸਿਟੀਜ਼ਨਸ਼ਿਪ ਨੂੰ ਪਹਿਲੀ ਵਾਰ ਅਧਿਕਾਰ ਦਿੱਤੇ ਮੌਲਿਕ ਅਧਿਕਾਰਾਂ ਦੇ ਰੂਪ ਵਿੱਚ। ਇਸ ਕਰਕੇ ਇਹਨਾਂ ਨੂੰ ਕੀ ਕਿਹਾ ਜਾਂਦਾਗਾ, ਇੰਡੀਅਨ ਮੈਗਨਾ ਕਾਰਟਾ ਕਿਹਾ ਜਾਂਦਾ। ਇੱਥੇ ਜਿਹੜੇ ਇੰਡੀਅਨ ਮੈਗਨਾ ਕਾਰਟਾ ਨੇ ਪਾਰਟ 3 ਦੇ ਵਿੱਚ ਦਿੱਤੇ ਹੋਏ ਨੇ, ਜਿਹਨੂੰ ਕਹਿੰਦੇ ਨੇ ਫੰਡਾਮੈਂਟਲ ਰਾਈਟਸ, ਉਹਨਾਂ ਦੇ ਵਿੱਚ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਆਰਟੀਕਲ 21 ਦੀ। ਦੋਸਤੋ ਜਿਹੜਾ ਆਰਟੀਕਲ 21 ਹੈਗਾ ਇਹ ਕੀ ਡਿਕਲੇਅਰ ਕਰਦਾਗਾ, ਪਹਿਲੀ ਚੀਜ਼ ਤਾਂ ਦੋਸਤੋ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ 99% ਤੁਹਾਨੂੰ ਕਿਹਦੇ ਅਗੇਂਸਟ ਨੇ, ਸਟੇਟ ਦੇ ਅਗੇਂਸਟ ਨੇ। ਕਿਸ ਦੇ ਅਗੇਂਸਟ ਨੇ, ਸਟੇਟ ਦੇ ਅਗੇਂਸਟ ਨੇ। ਸਟੇਟ ਡਿਫਾਈਨ ਕਿੱਥੇ ਕੀਤੀ ਗਈ ਹੈ ਦੋਸਤੋ, ਆਰਟੀਕਲ 12 ਦੇ ਵਿੱਚ ਕੀਤੀ ਗਈ ਆ। ਕਿੱਥੇ ਡਿਫਾਈਨ ਕੀਤੀ ਗਈ ਆ, ਆਰਟੀਕਲ 12 ਦੇ ਵਿੱਚ ਕੀਤੀ ਗਈ ਆ। ਤੇ ਨਾਲ ਹੀ ਆਰਟੀਕਲ 13 'ਚ ਇਹ ਦੱਸਿਆ ਹੈਗਾ ਵੀ ਕੋਈ ਵੀ ਜਿਹੜਾ ਲਾਅ ਆਗਾ ਸਟੇਟ ਜੇਕਰ ਫੰਡਾਮੈਂਟਲ ਰਾਈਟ ਦੇ ਅਗੇਂਸਟ ਬਣਾਉਂਦੀ ਆ ਤਾਂ ਉਸ ਨੂੰ ਐਬਰੋਗੇਟ ਕੀਤਾ ਜਾ ਸਕਦਾ, ਖਤਮ ਕੀਤਾ ਜਾ ਸਕਦਾ। ਉਹ ਕਿੱਥੇ ਲਿਖਿਆ ਗਿਆ ਹੈਗਾ, ਉਹ ਆਰਟੀਕਲ 13 'ਚ ਲਿਖਿਆ ਗਿਆ ਜੇ ਕੋਈ ਲਾਅ ਇਨਕਨਸਿਸਟੈਂਟ ਹੈਗਾ ਇਹਦੇ ਫੰਡਾਮੈਂਟਲ ਰਾਈਟਸ ਦੇ। ਤੇ ਉਸੇ ਤਰ੍ਹਾਂ ਜਿਹੜਾ ਫੰਡਾਮੈਂਟਲ ਰਾਈਟ ਆਫ ਦੋਸਤੋ ਤੁਹਾਡਾ 21 ਹੈ, ਇਹਦੇ ਵਿੱਚ ਕੀ ਕਿਹਾ ਗਿਆ ਹੈਗਾ ਵੀ ਕੋਈ ਵੀ ਜਿਹੜਾ ਲਾਅ ਆਗਾ ਅਜਿਹਾ ਨਹੀਂ ਬਣ ਸਕਦਾ ਜਿਹੜਾ ਤੁਹਾਡੀ ਜਿਹੜੀ ਡਿਗਨਿਟੀ ਆ, ਤੁਹਾਡੀ ਜਿਹੜੀ ਲਾਈਫ ਆ ਉਸ ਨੂੰ ਖਤਮ ਕਰ ਦੇ। ਹਾਂ, ਇੱਕ ਫੇਅਰ ਪ੍ਰੋਸੀਜਰ ਆ, ਜਿਹੜਾ ਫੇਅਰ ਪ੍ਰੋਸੀਜਰ ਆ ਵੀ ਜਾਣੀ ਕਿ ਸਾਰੀ ਕਮਿਊਨਿਟੀ ਦੇ ਭਲੇ ਲਈ, ਸਾਰੀ ਕਮਿਊਨਿਟੀ ਤੇ ਭਲੇ ਲਈ ਜੇ ਕੋਈ ਲਾਅ ਬਣਦਾ ਤੇ ਉਸ ਨੂੰ ਉਸ ਦੇ ਲਈ ਤੁਹਾਨੂੰ ਥੋੜਾ ਜਿਹਾ ਕੰਪਰੋਮਾਈਜ਼ ਕਰਨਾ ਪੈ ਗਿਆ ਤਾਂ ਉਹ ਇਸ ਫੰਡਾਮੈਂਟਲ ਰਾਈਟ ਦੇ ਅਗੇਂਸਟ ਨਹੀਂ ਹੈਗਾ। ਜਾਣੀ ਕਿ ਜਿਹੜਾ ਇਹ ਮੌਲਿਕ ਅਧਿਕਾਰ ਆ ਤੁਹਾਨੂੰ ਜ਼ਿੰਦਗੀ ਜਿਉਣ ਦਾ ਅਧਿਕਾਰ ਦਿੰਦਾ। ਜਾਣੀ ਕਿ ਜ਼ਿੰਦਗੀ ਜਿਉਣ ਤੋਂ ਭਾਵ ਇਹ ਨਹੀਂ ਵੀ ਤੁਹਾਡੀ ਇੱਕ ਐਨੀਮਲ ਐਗਜ਼ਿਸਟੈਂਸ ਆ, ਜਾਣੀ ਕਿ ਜੀਵ ਜੰਤੂ ਦੇ ਤੌਰ ਤੇ ਹੋਣ ਦਾ। ਜ਼ਿੰਦਗੀ ਜਿਉਣ ਦਾ ਭਾਵ ਆ ਜਾਣੀ ਕਿ ਤੁਸੀਂ ਆਪਣੀ ਗਰਿਮਾ ਦੇ ਨਾਲ ਜ਼ਿੰਦਗੀ ਜਿਓ, ਡਿਗਨਿਟੀ ਦੇ ਨਾਲ ਜ਼ਿੰਦਗੀ ਜਿਓ। ਤੁਹਾਡੀ ਜ਼ਿੰਦਗੀ ਜਿਉਣ ਦੇ ਕੀ ਹੋਣ, ਕੁਝ ਮਕਸਦ ਹੋਣ, ਕੁਝ ਤੁਹਾਡੇ ਕੋਲ ਨੈਸੈਸਿਟੀਜ਼ ਹੋਣ ਜਿਹੜੀਆਂ ਸਰਕਾਰ ਨੇ ਕੀ ਕਰਨੀਆਂ ਨੇ, ਪੂਰੀਆਂ ਕਰਨੀਆਂ ਨੇ, ਤੁਹਾਨੂੰ ਉਹਨਾਂ ਤੋਂ ਡਿਪਰੀਵ ਨਹੀਂ ਕਰ ਸਕਦੀ ਹੈਗੀ। ਠੀਕ ਹੈ ਦੋਸਤੋ। ਤੇ ਸਭ ਤੋਂ ਜਿਹੜੀ ਵੱਡੀ ਗੱਲ ਹੈ ਤੇ ਇੱਕ ਹੋਰ ਕੁਐਸਚਨ ਆਉਂਦਾ ਵੀ ਜਿਹੜਾ ਰਾਈਟ ਹੈਗਾ ਇਹ ਸਿਰਫ ਸਿਟੀਜ਼ਨ ਨੂੰ ਆ ਜਾਂ ਨਾਨ ਸਿਟੀਜ਼ਨ ਨੂੰ ਆ, ਤੇ ਇਹ ਰਾਈਟ ਦੋਸਤੋ ਸਿਟੀਜ਼ਨ ਤੇ ਨਾਨ ਸਿਟੀਜ਼ਨ ਦੋਵਾਂ ਨੂੰ ਆ ਦੋਸਤੋ। ਉਸ ਤੋਂ ਬਾਅਦ ਦੋਸਤੋ ਜੋ ਅਗਲਾ ਇਸ ਆਰਟੀਕਲ ਆਉਂਦਾ ਉਹ ਆਰਟੀਕਲ 23 ਆਉਂਦਾ। ਇਸ ਦੇ ਵਿੱਚ ਦੋਸਤੋ ਵਰਡ ਕਿਹਾ ਗਿਆ ਪ੍ਰੋਹਿਬਿਸ਼ਨ, ਜਾਣੀ ਕਿ ਰੋਕਣ ਦੀ ਗੱਲ ਕੀਤੀ ਗਈ ਆ। ਕਿਸ ਚੀਜ਼ ਨੂੰ, ਹਿਊਮਨ ਟ੍ਰੈਫਿਕਿੰਗ ਨੂੰ।
ਦੋਸਤੋ ਤੇ ਨਾਲੇ ਦੂਜਾ ਇਹ ਵਰਡ ਲਿਖ ਕੀਤਾ ਗਿਆ ਫੋਰਸਡ ਲੇਬਰ। ਜਾਨੀ ਕਿ ਦੋਸਤੋ ਹੁਣ ਧਿਆਨ ਨਾਲ ਦੇਖੋ, ਦੋ ਸ਼ਬਦ ਨੇ, ਇੱਕ ਤਾਂ ਹਿਊਮਨ ਟ੍ਰੈਫਿਕਿੰਗ ਆ, ਦੂਜਾ ਫੋਰਸਡ ਲੇਬਰ ਆ। ਹਿਊਮਨ ਟ੍ਰੈਫਿਕਿੰਗ ਕੀ ਹੁੰਦਾ ਦੋਸਤੋ? ਜਦੋਂ ਕਿਸੇ ਇੱਕ ਬੰਦੇ ਨੂੰ ਕਿਸੇ ਦੂਜੇ ਬੰਦੇ ਕੋਲ ਕੁਝ ਖਾਸ ਮੰਤਵਾਂ ਲਈ ਵੇਚਿਆ ਜਾਵੇ ਜੋ ਕਿ ਇਲੀਗਲ ਹੋਵੇ, ਇਲੀਗਲ ਹੈ ਤੇ ਸਾਡੇ ਦੇਸ਼ ਦੇ ਵਿੱਚ ਵੀ ਇਲੀਗਲ ਉਸ ਨੂੰ ਮੰਨਿਆ ਜਾਂਦਾ, ਤਾਂ ਉਸ ਨੂੰ ਕੀ ਕਿਹਾ ਜਾਂਦਾ? ਹਿਊਮਨ ਟ੍ਰੈਫਿਕਿੰਗ ਕਿਹਾ ਜਾਂਦਾ ਗਾ। ਤੇ ਫੋਰਸਡ ਲੇਬਰ ਕੀ ਹੁੰਦਾ ਗਾ? ਜਦੋਂ ਕਿਸੇ ਬੰਦੇ ਨੂੰ ਅਣਚਾਹੀ ਲੇਬਰ ਕਰਾਈ ਜਾਵੇ, ਜੋ ਉਸ ਦੇ ਵਿੱਚ ਉਸਦਾ ਕੀ ਆ ਮਨ ਨਾ ਹੋਵੇ, ਤਾਂ ਉਸਨੂੰ ਕੀ ਕਿਹਾ ਜਾਂਦਾ? ਫੋਰਸਡ ਲੇਬਰ ਕਿਹਾ ਜਾਂਦਾ ਗਾ। ਠੀਕ ਹੈ ਜੀ। ਜਿਵੇਂ ਕਿ ਪੁਰਾਣੇ ਟਾਈਮਾਂ ਦੇ ਵਿੱਚ ਦੇਖਿਆ ਸੀ, ਲੈਂਡਲੋਰਡਸ ਹੁੰਦੇ ਸੀ ਜੋ ਲੋਕਾਂ ਨੂੰ ਸਲੇਵ ਰੱਖਦੇ ਸੀਗੇ, ਗੁਲਾਮੀ ਕਰਾਉਂਦੇ ਸੀ, ਉਹ ਸਾਰੀਆਂ ਕਿਸ ਚੀਜ਼ ਦੇ ਵਿੱਚ ਆਉਂਦਾ? ਇਸ ਦੇ ਵਿੱਚ ਆਉਂਦਾ, ਫੋਰਸਡ ਲੇਬਰ ਦੇ ਵਿੱਚ ਆਉਂਦਾ ਗਾ। ਠੀਕ ਹੈ ਦੋਸਤੋ, ਜਿਹੜਾ ਸਾਡਾ ਆਰਟੀਕਲ 13 ਗਾ ਉਹ ਕਿਸ ਚੀਜ਼ ਨੂੰ ਰੋਕਦਾ? ਹਿਊਮਨ ਟ੍ਰੈਫਿਕਿੰਗ ਨੂੰ ਰੋਕਦਾ। ਜਾਣੀ ਕਿ ਕਿਸੇ ਵੀ ਬੰਦੇ ਨੂੰ ਧੱਕੇ ਨਾਲ ਵੇਚਿਆ ਨਹੀਂ ਜਾ ਸਕਦਾ। ਮਤਲਬ ਜਿਵੇਂ ਤੁਸੀਂ ਆਪਾਂ ਜੋ ਛੋਟੇ ਹੁੰਦੇ ਸੀ, ਆਪਾਂ ਨੂੰ ਸਾਡੀਆਂ ਮਾਤਾ ਹੁਣੀ ਕਹਿੰਦੇ ਵੀ ਨਾ ਭਾਈ ਬਾਹਰ ਨਾ ਜਾਇਓ, ਵੀ ਤੁਹਾਨੂੰ ਕੋਈ ਚੱਕ ਕੇ ਲੈ ਜਾਊਗਾ। ਉਹ ਚੱਕ ਕੇ ਲੈ ਜਾਂਦਾ ਭਾਵ ਕਿ ਛੋਟੇ ਛੋਟੇ ਬੱਚਿਆਂ ਨੂੰ ਵੱਖ-ਵੱਖ ਸਟੇਟਸ ਤੋਂ ਚੱਕ ਕੇ, ਜਿੰਨੀਆਂ ਵੀ ਸਾਡੇ ਮੈਟਰੋ ਸਿਟੀ ਲਾਈਕ ਬੰਬੇ ਹੋ ਗਿਆ, ਲਾਈਕ ਮੈਡਰਾਸ ਹੋ ਗਿਆ, ਠੀਕ ਹੈ, ਲਾਈਕ ਦਿੱਲੀ ਹੋ ਗਿਆ, ਠੀਕ ਹੈ ਜੀ, ਉੱਥੇ ਕੀ ਕਰਿਆ ਜਾਂਦਾ ਗਾ? ਉਹਨਾਂ ਨੂੰ ਚੌਂਕਾਂ ਦੇ ਵਿੱਚ ਖੜਾਇਆ ਜਾਂਦਾ, ਉਹਨਾਂ ਤੋਂ ਭੀਖ ਮੰਗਵਾਈ ਜਾਂਦੇ। ਇਹ ਸਾਰੀ ਚੀਜ਼ਾਂ ਹਿਊਮਨ ਟ੍ਰੈਫਿਕਿੰਗ 'ਚ ਆਉਂਦੀਆਂ ਨੇ। ਜਾਂ ਕੁੜੀਆਂ ਨੂੰ ਮਲੇਸ਼ੀਆ, ਥਾਈਲੈਂਡ ਵਗੈਰਾ ਦੇ ਵਿੱਚ ਸਾਡੇ ਇੰਡੀਅਨਸ ਨੂੰ ਵਿਚਾਰਿਆਂ ਨੂੰ ਇੱਕ ਅੰਤਰਰਾਸ਼ਟਰੀ ਮੰਡੀ ਲੱਗਦਾ, ਉਸ ਦੇ ਵਿੱਚ ਵੇਚਿਆ ਜਾਂਦਾ ਗਾ। ਠੀਕ ਹੈ ਜੀ, ਤਾਂ ਹਿਊਮਨ ਟ੍ਰੈਫਿਕਿੰਗ ਆ ਜਾਂਦੀ ਆ। ਤੇ ਜਿਹੜੀ ਫੋਰਸਡ ਲੇਬਰ ਆ ਗਈ ਉਹ 'ਚ ਬੇਗਾਰ ਵਗੈਰਾ ਆ ਗਏ। ਬੇਗਾਰ ਵਗੈਰਾ ਦੇ ਵਿੱਚ ਦੋਸਤੋ ਕੀ ਆ ਗਿਆ? ਜਦੋਂ ਕਿਸੇ ਬੰਦੇ ਨੂੰ ਬਿਨਾਂ ਮਿਹਨਤਾਨਾ ਦੇ ਕੀ ਕਰਾਈ ਜਾਂਦੀ ਆ? ਲੇਬਰ ਕਰਾਈ ਜਾਂਦੀ ਆ। ਜਾਂ ਸਫੀਸ਼ੀਐਂਟ ਜਿਹੜੇ ਆਪਾਂ ਕਹਿ ਦਈਏ ਮਿਹਨਤਾਨਾ ਨਾ ਦੀ, ਸਿਰਫ ਰੋਟੀ ਪਾਣੀ ਦੇ ਕੇ ਆਪਾਂ ਕਿਸੇ ਨੂੰ ਆਪਾਂ ਦੇਖੀ ਚਲੇ। ਜਿਵੇਂ ਤੁਸੀਂ YouTube ਤੇ ਦੇਖਦੇ ਹੋ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਜੋ ਲੋਕਾਂ ਦੇ ਘਰਾਂ ਦੇ ਵਿੱਚ ਜੋ ਲੋਕ ਧੱਕੇ ਨਾਲ ਰੱਖੇ ਹੋਏ ਨੇਗੇ 15-15 20-20 ਸਾਲਾਂ ਤੋਂ ਉਹਨਾਂ ਨੂੰ ਛੁਡਵਾਉਂਦੇ, ਉਹ ਸਾਰੇ ਕਿਸੇ ਆਰਟੀਕਲ ਦੇ ਵਿੱਚ ਕਵਰ ਹੁੰਦੇ ਆ, ਉਹ ਇਸੇ ਆਰਟੀਕਲ ਦੇ ਵਿੱਚ ਕਵਰ ਹੁੰਦੇ ਆ। ਤੇ ਦੋਸਤੋ ਇਹ ਜਿਹੜਾ ਆਰਟੀਕਲ ਹੈ, ਇਹ ਦੋਵਾਂ ਨੂੰ ਆ, ਸਿਟੀਜ਼ਨ ਨੂੰ ਵੀ ਮਿਲਦਾ, ਨਾਨ ਸਿਟੀਜ਼ਨ ਨੂੰ ਵੀ ਇਹ ਕੀ ਆ ਜਿਹੜਾ ਆਰਟੀਕਲ ਮਿਲਦਾ ਗਾ। ਠੀਕ ਹੈ ਦੋਸਤੋ, ਇਸ ਦੇ ਵਿੱਚ ਜਿਹੜੀਆਂ ਵੀ ਹਿਊਮਨ ਟ੍ਰੈਫਿਕਿੰਗ ਦੇ ਕੁਝ ਡੈਫੀਨੇਸ਼ਨ ਦਿੱਤੇ ਨੇ, ਜਿਹੜੇ ਐਕਟ ਨੇ, ਜਿਹੜੇ ਆਪਾਂ ਕਹਿ ਦਈਏ ਕਾਰਜ ਨੇ, ਜਾਂ ਜਿਹੜੇ ਕੰਮ ਨੇ, ਜਿਹੜੇ ਆਪਾਂ ਕਹਿੰਦੇ ਲੋਕਾਂ ਦੀਆਂ ਆਪਾਂ ਕਹਿ ਦਈਏ ਕੁਝ ਆਫੈਂਸ ਨੇਗੇ ਜਿਹੜੇ ਇਹਦੇ ਵਿੱਚ ਆਉਂਦੇ ਨੇਗੇ। ਸਭ ਤੋਂ ਪਹਿਲਾਂ ਦੋਸਤੋ ਆਉਂਦਾ ਗਾ ਕਿਸੇ ਵੀ ਇਨਸਾਨ ਨੂੰ ਖਰੀਦਣਾ ਜਾਂ ਵੇਚਣਾ, ਚਾਹੇ ਉਹ ਵਿਮਨ ਹੈ, ਚਾਹੇ ਉਹ ਚਿਲਡਰਨ ਹੈ, ਚਾਹੇ ਉਹ ਮੈਨ ਹੈ, ਉਹ ਸਾਰੇ ਕਾਹਦੇ 'ਚ ਆਉਂਦੇ ਹੈਗੇ ਦੋਸਤੋ? ਹਿਊਮਨ ਟ੍ਰੈਫਿਕਿੰਗ ਦੇ ਵਿੱਚ ਆਉਂਦੇ ਨੇ। ਫਿਰ ਦੋਸਤੋ ਜੋ ਬਰੋਥਲਸ ਦੇ ਵਿੱਚ ਕੋਠਿਆਂ ਦੇ ਵਿੱਚ ਪ੍ਰੋਸਟੀਟਿਊਸ਼ਨ ਨੂੰ ਲਿਜਾਇਆ ਜਾਂਦਾ ਗਾ, ਯਾਨੀ ਕਿ ਬਣਾਇਆ ਜਾਂਦਾ। ਕਿਸੇ ਨਿੱਕੀ ਜਿਹੀ ਬੱਚੀ ਨੂੰ 12-13 ਸਾਲ ਦੀ ਬੱਚੀ ਨੂੰ ਜਾ ਕੇ ਕੋਠੇ 'ਤੇ ਬਿਠਾ ਦਿੱਤਾ ਜਾਂਦਾ, ਉਹ ਕਾਹਦੇ 'ਚ ਆ ਗਿਆ ਦੋਸਤੋ? ਹਿਊਮਨ ਟ੍ਰੈਫਿਕਿੰਗ ਦੇ ਵਿੱਚ ਆਉਂਦਾ। ਜਿਵੇਂ ਗੰਗੂਬਾਈ ਇੱਕ ਮੂਵੀ ਆ ਆਲੇ ਬੱਟ ਦੇ, ਇਸ ਤਰਾਸਦੀ ਨੂੰ ਕੀ ਕਰਦੀ ਆ? ਵਰਣਨ ਕਰਦੀ ਹੈ। ਤੇ ਉਸ ਤੋਂ ਬਾਅਦ ਦੋਸਤੋ ਪਹਿਲਾਂ ਇੱਕ ਸਾਡੇ ਸਿਸਟਮ ਚੱਲਦਾ ਸੀ ਦੇਵਦਾਸੀਜ਼। ਉਹਦੇ ਵਿੱਚ ਕੀ ਹੁੰਦਾ ਸੀ? ਇੱਕ ਔਰਤ ਨੂੰ ਘਰ ਦੇ ਵਿੱਚ ਇੱਕ ਰਿਸ਼ਤੇ ਦੇ ਵਿੱਚ ਵੱਜ ਕੇ ਕੀ ਬਣਾ ਲਿਆ ਜਾਂਦਾ ਸੀ? ਆਪਦਾ ਕਿ ਦਾਸੀ ਜਾਂ ਗੁਲਾਮ ਬਣਾ ਲਿਆ ਜਾਂਦਾ ਸੀਗਾ। ਉਸ ਤੋਂ ਬਿਨਾਂ ਦੋਸਤੋ ਸਲੇਵਰੀ, ਕਈ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ। ਸਾਰੀਆਂ ਕਿਸ ਦੇ ਵਿੱਚ ਆਉਂਦੀਆਂ ਨੇ? ਹਿਊਮਨ ਟ੍ਰੈਫਿਕਿੰਗ ਦੇ ਵਿੱਚ ਆਉਂਦੀਆਂ ਨੇ। ਤੇ ਇਸ ਦੇ ਵਾਸਤੇ ਇੱਕ ਐਕਟ ਬਣਿਆ ਹੋਇਆ ਹੈਗਾ, ਇਮੋਰਲ ਟ੍ਰੈਫਿਕ ਐਕਟ 1956। ਜਾਣੀ ਕਿ ਇਸ ਦੇ ਵਿੱਚ ਜੇਕਰ ਇਸ ਫੰਡਾਮੈਂਟਲ ਰਾਈਟ ਦੀ ਵਾਇਓਲੇਸ਼ਨ ਹੁੰਦੀ ਹੈ ਤਾਂ ਇਸ ਐਕਟ ਦੇ ਵਿੱਚ ਉਸਦੀਆਂ ਪ੍ਰੋਵੀਜ਼ਨ ਬਣੇ ਹੋਣੇ, ਤਾਂ ਉਸ ਜਿਹੜੇ ਲੋਕ ਅਜਿਹੀ ਵਾਇਓਲੇਸ਼ਨ ਕਰਦੇ ਨੇ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਪੁਨਿਸ਼ ਕੀਤਾ ਜਾਊਗਾ। ਫਿਰ ਦੋਸਤੋ ਇੱਕ ਸਾਡਾ ਆਰਟੀਕਲ ਆਉਂਦਾ ਗਾ, ਆਰਟੀਕਲ 15। ਆਰਟੀਕਲ 15 ਦੇ ਵਿੱਚ ਕੀ ਲਿਖਿਆ ਹੈ? ਪ੍ਰੋਵੀਜ਼ਨ ਆਫ ਡਿਸਕ੍ਰਿਮੀਨੇਸ਼ਨ। ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ, ਜਾਣੀ ਕਿ ਆਪਾਂ ਕਹਿ ਦਿੰਦੇ ਆ ਵੀ ਰੋਕਿਆ ਜਾਂਦਾ ਗਾ ਭੇਦਭਾਵ ਕਰਨ ਤੋਂ, ਰੋਕਿਆ ਜਾਂਦਾ ਭੇਦਭਾਵ। ਇਹ 'ਚ ਦੋ ਚੀਜ਼ਾਂ ਹਾਈਲਾਈਟਿੰਗ ਨੇ ਦੋਸਤੋ, ਇੱਕ ਤਾਂ ਹੈਗਾ ਡਿਸਕ੍ਰਿਮੀਨੇਸ਼ਨ, ਤੇ ਦੂਜਾ ਕੁਝ ਸਪੈਸੀਫਿਕ ਗਰਾਊਂਡਸ ਨੇ, ਰਿਲੀਜਨ, ਰੇਸ, ਕਾਸਟ, ਸੈਕਸ ਤੇ ਪਲੇਸ ਆਫ ਬਰਥ। ਜਾਣੀ ਕਿ ਇੱਥੇ ਆਪਾਂ ਸ਼ਬਦ ਯੂਜ਼ ਕਰ ਸਕਦੇ ਹਾਂ ਓਨਲੀ। ਕੀ ਸ਼ਬਦ ਯੂਜ਼ ਕਰ ਸਕਦੇ ਹਾਂ? ਓਨਲੀ। ਵੀ ਜਾਣੀ ਕਿ ਭੇਦਭਾਵ ਤਾਂ ਹੁੰਦਾ ਗਾ, ਜੇ ਭੇਦਭਾਵ ਹੁੰਦਾ ਤੇ ਸਿਰਫ ਇਹਨਾਂ ਗਰਾਊਂਡਸ ਤੇ ਹੁੰਦਾ, ਧਰਮ ਤੇ ਹੁੰਦਾ, ਠੀਕ ਹੈ ਜੀ, ਕਿਸੇ ਨਸਲ ਤੇ ਹੁੰਦਾ ਹੈ, ਕਿਸੇ ਜਾਤ ਤੇ ਹੁੰਦਾ ਹੈ, ਕਿਸੇ ਦੇ ਲਿੰਗ ਨੂੰ ਦੇਖ ਕੇ ਕੀਤਾ ਜਾਂਦਾ ਵੀ ਉਹ ਜੈਂਡਰ, ਆਪਾਂ ਕਹਿੰਦੇ ਵੀ ਕਿਸ ਜੈਂਡਰ ਨੂੰ ਬਿਲੋਂਗ ਕਰਦਾ, ਮੈਨ ਹੈ, ਵਿਮਨ ਹੈ, ਠੀਕ ਹੈ ਨਾ, ਤੇ ਜਾਂ ਥਰਡ ਜੈਂਡਰ 'ਚ ਆਉਂਦਾ ਗਾ, ਠੀਕ ਹੈ, ਜਾਂ ਪਲੇਸ ਆਫ ਬਰਥ ਨੂੰ ਦੇਖ ਕੇ ਹੁੰਦਾ। ਤਾਂ ਇਹ ਤਿੰਨੇ ਜਿਹੜੇ ਪੰਜੇ ਚੀਜ਼ਾਂ ਨੇ ਕਾਹਦੇ 'ਚ ਕਵਰ ਹੁੰਦੀਆਂ ਨੇ? ਪ੍ਰੋਹਿਬਿਸ਼ਨ ਆਫ ਡਿਸਕ੍ਰਿਮੀਨੇਸ਼ਨ ਇਨ ਆਰਟੀਕਲ 15 ਦੇ ਵਿੱਚ। ਜਾਣੀ ਕਿ ਸਟੇਟ ਕਿਸੇ ਵੀ ਸਿਟੀਜ਼ਨ ਨਾਲ ਇਹਨਾਂ ਗਰਾਊਂਡਸ ਦੇ ਉੱਪਰ ਕੀ ਨਹੀਂ ਕਰ ਸਕਦੀ? ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੀ। ਤੇ ਜੇਕਰ ਤੁਸੀਂ ਆਰਟੀਕਲ 16 ਦੇ ਵਿੱਚ ਵੀ ਦੇਖਿਆ ਹੋਊਗਾ, ਉਸ ਦੇ ਵਿੱਚ ਵੀ ਇਹੀ ਗੱਲਾਂ ਲਿਖੀਆਂ ਹੋਈਆਂ ਨੇ ਕਿ ਉਹ ਇੰਪਲੋਇਮੈਂਟ ਨੂੰ ਲੈ ਕੇ, ਉਹ 'ਚ ਦੋ ਚੀਜ਼ਾਂ ਦਾ ਫਰਕ ਹੈ ਇਹਦੇ ਨੂੰ। ਇੱਕ ਤਾਂ ਉਹ 'ਚ ਗੱਲ ਇੰਪਲੋਇਮੈਂਟ ਦੀ ਹੁੰਦੀ ਆ, ਤੇ ਦੂਜੇ ਨੰਬਰ ਤੇ ਇਹ ਪੰਜ ਜਿਹੜੇ ਗਰਾਊਂਡ ਨੇ ਉਹ ਤਾਂ ਲਿਖੇ ਹੋਏ ਨੇ। ਇਹ ਤੋਂ ਬਿਨਾਂ ਡੀਸੈਂਟ, ਠੀਕ ਹੈ ਜੀ, ਇੱਕ ਡੀਸੈਂਟ ਵਰਡ ਤੇ ਦੂਜੀ ਰੈਜ਼ੀਡੈਂਸ, ਠੀਕ ਹੈ ਜੀ, ਦੋ ਵਰਡ ਇਹਦੇ 'ਚ ਹੋਰ ਐਡ ਕਰ ਦਿੱਤੇ ਜਾਂਦੇ ਨੇ।
ठीक है। ये दोस्तों जो आर्टिकल 15 के एक्सैप्शन ने, कुछ एक्सैप्शन की ने भी जेकर किसी भी कम्यूनिटी ਨੂੰ जो कि सोशली हैंडीकैप्ड है, सोशली हैंडीकैप्ड का मतलब की होंदा है जो कि समाजिक तौर पर अपाहज आ, यानी कि शेड्यूल कास्ट है या बैकवर्ड कास्ट है, तो उन्होंने वास्ते जेकर सरकार कोई लॉ बनाती है तो इसकी वायोलेशन नहीं हैगी। उदों बाद दोस्तों आर्टिकल 39 के साढ़े आ जाते हैं DPSP, यानी कि डायरेक्टिव प्रिंसीपल ऑफ स्टेट पॉलिसी, यानी कि राज दे दिशा निर्देशक सिद्धांत, किसी भी राज के दिशा निर्देशक सिद्धांत, यानी कि भी जदों भी कोई स्टेट जदों भी वो कोई पॉलिसी बनाती तो वो इन्होंने चीज़ों का ध्यान रखूगी, किन्ना चीज़ों का ध्यान रखूगी। सब तो पहला भी जिन्ने भी जोड़े लोग ने वो स्टेट के की ने, जोड़े बशिंदे ने, जोड़े सिटीजनस ने, उन्होंने वास्ते कि एडुकेट मीनस ऑफ लाइवलीहुड होना, यानी कि उन्होंने जिंदगी जिउण दे की होण कुछ खास मीनस होण, मतलब कि उन्होंने कुछ जो खास जरूरत ने, रोटी कपड़ा मकान है जो सरे स्टेट का की काम बनता गा उन्होंने पूरा करना, जिवें रैशन कार्ड स्कीम, नीला कार्ड एक्सैट्रा, सारे किस दे अंदर आउंदियां ने, इसे DPSP अंदर आउंदियां ने। उस तो बिना जिन्ने भी मटीरियल रिसोर्स ने, इस तरीके स्टेट आ जी यूज़ करे कि वो जिन्ने भी लोग ने उन्होंने की हो सके कॉमन गुड हो सके, यानी कि लोगों के भले लिए उसका की करना, यूज़ करना। तो दूजे नंबर पर इस तो बाद द स्टेट शैल अवॉइड कंसनट्रेशन ऑफ वेल्थ इन अ फ्यू हैंड्स, यानी कि स्टेट ने इस चीज़ का ध्यान रखना कि वह बैलेंस बना के रखे। ये नहीं है कि अमीर अमीर हो जाए तो गरीब गरीब हो जाए, यानी कि आप कह दीए कि भी उन्हें की करना गा भी जो इसका धन का बहाव आ उसके उपर की करना गा बैलेंस बना के रखना, ताकि समाज के हरेक वर्ग तक जो आर्थिक मीनस ने वो पहुँच सकन दोस्तों। इस करके स्टेट हैगी जो ਵੱਖ-ਵੱਖ तरह की ऑर्गेनाइजेशन बनाती हैगी जो इस इन्होंने चीज़ों वास्ते की बनाती है, नियम बनाती है तो कोशिश करती है भी अजिहियां जो डिस्क्रिमिनेशन ने उन्होंने किया जा सके, घट किया जा सके दोस्तों। उदों बाद दोस्तों आ गया इक्वल पे फॉर इक्वल वर्क फॉर बोथ मैन एंड वीमन, यानी कि जदों काम की गल आ जूगी किसी भी इंसान को उसके जेंडर से की ना किया जाए, डिस्क्रिमिनेट ना किया जाए, उसके जेंडर से की ना किया जाए, डिस्क्रिमिनेट ना किया जाए। स्टेट उन्होंने डिस्क्रिमिनेट नहीं करूगी, तो यानी कि चाहे वो बंदा मेल है चाहे फीमेल है, जेकर वो टीचर है चाहे वो जेकर वो टीचर है इंजीनियर है कुछ भी आ, उसके जेंडर को देख के भी तनख्वाह फिक्स नहीं की जाऊगी। मेल जेकर मेल की 50,000 तनख्वाह तो फीमेल की भी उस अहदे पर की होगी 50,000 ही तनख्वाह होगी, यानी इसमें की कहते हैं इक्वल पे इक्वल वर्क। उदों बाद दोस्तों जिन्ने भी वर्करस ने उन्होंने की करनी रखा करनी, कादी करनी स्ट्रेंथ एंड हेल्थ की, ठीक है। इस वास्ते स्टेट जी ਵੱਖ-ਵੱਖ तरह के लॉ बनाते, जिवें इंडस्ट्रीयल डिस्प्यूट एक्ट हो गया, लेबर लॉज हो गया, सारे इसे अंडर बनाते हैं। तो चाइल्ड ते जिहड़े यूथ आ यानी कि साडे बच्चे ते जिहड़े साडे जवान ने वो की ना होण, उन्हां दा शोषण ना होवे, तो इस करके स्टेट ने ਵੱਖ-ਵੱਖ तरह प्रोविजन में जिवें आर्टिकल 21 के अंदर साडा राइट टू जिहड़ा एजुकेशन हैगा, साडी एक फंडामेंटल ड्यूटी भी हैगी एजुकेशन रिलेटेड, ठीक है जी। वो तो बिना आपां कह दईए भी ਵੱਖ-ਵੱਖ तरह के मुहिमां चलाई जांदे ने बच्चों की पढ़ाई के वास्ते, उस तरह भी जिहड़े यूथ ने उन्हां वास्ते ਵੱਖ-ਵੱਖ तरह के आपां कह दईए रोजगार प्रोग्राम है जिहड़े स्टेट चलावे, ठीक है जी। उदों बाद दोस्तों आ गया कॉमनवैल्थ गेम्स। अगला साडा क्वेश्चन की है जी कॉमनवैल्थ गेम्स रीसेंटली कंडक्ट कीतियां गईयां 2022 दियां कॉमनवैल्थ गेम्स की गल की जा रही है। होईयां कित्थे सीगियां? बर्मिंघम शहर यूके यानी कि इंग्लैंड का शहर है बर्मिंघम जिथे कंडक्ट हुई, ठीक है। ये क्वेश्चन मोस्टली आता कि इंडिया का पहला गोल्ड मैडल आया कॉमनवैल्थ गेम्स च, वो किने जितया? तो उन्होंने जितने वाली कौन आ? मीराबाई चानू, ठीक है। मणिपुर स्टेट नूं बिलोंग करती है, किहड़ी गेम करती है? वेट लिफ्टिंग यानी कि भार तोलन। 49 kg वेट लिफ्टिंग ਦੇ ਵਿੱਚ ਇਹਨੇ ਪਾਰਟਿਸਿਪੇਟ ਕੀਤਾ ਸੀ ਤੇ ਪਹਿਲਾ ਇੰਡੀਆ ਦਾ 골ਡ ਮੈਡਲ ਲੈ ਕੇ ਆਈ ਆ। ਇਸ ਤੋਂ ਇਲਾਵਾ ਇਹਨੇ ਜਿਹੜੀਆਂ ਰੀਸੈਂਟਲੀ ਟੋਕੀਓ ਓਲੰਪਿਕਸ ਹੋਈਆਂ ਸੀ, ਓਲੰਪਿਕ ਗੇਮ ਹੋਈਆਂ ਸੀ ਸਾਡੀਆਂ ਟੋਕੀਓ ਜਾਪਾਨ ਦੇ ਵਿੱਚ, ਉਹਦੇ ਵਿੱਚ ਕਿਹੜਾ ਮੈਡਲ ਜਿੱਤਿਆ ਇਹਨੇ? ਸਿਲਵਰ ਮੈਡਲ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ ਕੁਐਸਚਨ ਆ ਸਾਡਾ, ਇਹ ਇਕਨੋਮਿਕਸ ਦਾ ਪਾਰਟ ਆ ਜਾਂਦਾ GNP, ਠੀਕ ਹੈ। ਹੁਣ GNP ਦੇ ਲਈ ਸਾਨੂੰ GNP ਤੇ GDP ਦੋਨਾਂ ਟਰਮਸ ਬਾਰੇ ਪਤਾ ਹੋਣਾ ਚਾਹੀਦਾ। GNP ਦੀ ਫੁੱਲ ਫਾਰਮ ਕੀ ਹੁੰਦੀ ਆ? ਗ੍ਰੋਸ ਨੈਸ਼ਨਲ ਪ੍ਰੋਡਕਟ, ठीक है। तो जी GDP आ, GDP की फुल फॉर्म की होंगी आ? ग्रॉस डोमेस्टिक प्रोडक्ट,
ਹੁਣ ਇਹਦੇ ਲਈ ਸਾਨੂੰ ਦੋਨਾਂ ਚੀਜ਼ਾਂ ਦਾ ਡਿਫਰੈਂਸ ਪਤਾ ਹੋਣਾ ਚਾਹੀਦਾ। ਜਿੱਥੇ ਆਉਂਦਾ ਗ੍ਰੋਸ ਡੋਮੈਸਟਿਕ ਪ੍ਰੋਡਕਟ, ਡੋਮੈਸਟਿਕ ਮੀਨਸ ਘਰੇਲੂ, ਸਾਡੀ ਡੋਮੈਸਟਿਕ ਟੈਰੀਟਰੀ, ਠੀਕ ਹੈ। ਇਹਦੇ ਵਿੱਚ ਅਸੀਂ ਕਾਊਂਟ ਕਰਦੇ ਹਾਂ ਟੋਟਲ ਨੰਬਰ ਆਫ ਵੈਲਿਊ ਆਫ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਇਨ ਅ ਕੰਟਰੀ ਇਨ ਅ ਈਅਰ, ਠੀਕ ਹੈ। ਇੱਕ ਸਾਲ ਦੇ ਵਿੱਚ ਤੁਹਾਡੀ ਕੰਟਰੀ 'ਚ, ਤੁਹਾਡੇ ਦੇਸ਼ ਦੇ ਵਿੱਚ ਕਿੰਨੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਉਤਪਾਦ ਕੀਤੀਆਂ ਜਾ ਰਹੀਆਂ, ਉਹਨੂੰ ਅਸੀਂ ਕਾਹਦੇ 'ਚ ਕਾਊਂਟ ਕਰਦੇ ਹਾਂ? GDP, ਠੀਕ ਹੈ। ਹੁਣ ਇੱਥੇ ਡੋਮੈਸਟਿਕ ਆ ਗਿਆ, ਮਤਲਬ ਕਿ ਹੋਣਾ ਇੰਡੀਆ 'ਚ ਚਾਹੀਦਾ, ਕਰ ਕੌਣ ਰਿਹਾ ਇਹ ਮੈਟਰ ਨਹੀਂ ਕਰਦਾ, ਚਾਹੇ ਉਹ ਬੰਦਾ ਇੰਡੀਅਨ ਹੋਵੇ, ਚਾਹੇ ਕੋਈ ਫੋਰਨਰ ਸਾਡੀ ਕੰਟਰੀ 'ਚ ਆ ਕੇ ਕਰ ਰਿਹਾ, ਇਹ ਚੀਜ਼ ਉੱਥੇ ਮੈਟਰ ਨਹੀਂ ਕਰਦੀ। ਬਸ ਗੱਲ ਕੀ ਆ, ਹੋਣਾ ਕਿੱਥੇ ਚਾਹੀਦਾ? ਸਾਡੇ ਇੰਡੀਆ 'ਚ ਡੋਮੈਸਟਿਕ। ਪਰ ਹੁਣ ਜਿਹੜੀ GNP ਆ ਉਹਦੀ ਫੁੱਲ ਫਾਰਮ ਕੀ ਆ? ਗ੍ਰੋਸ ਨੈਸ਼ਨਲ ਪ੍ਰੋਡਕਟ, ਠੀਕ ਹੈ। ਗ੍ਰੋਸ ਨੈਸ਼ਨਲ ਪ੍ਰੋਡਕਟ ਦਾ ਮੀਨਿੰਗ ਕੀ ਆ? ਟੋਟਲ ਨੰਬਰ ਆਫ ਵੈਲਿਊ ਆਫ ਗੁੱਡਸ ਐਂਡ ਸਰਵਿਸਿਜ਼ ਪ੍ਰੋਡਿਊਸਡ ਬਾਈ ਇੰਡੀਅਨ ਨੇਸ਼ਨਲਸ ਥਰੂ ਆਊਟ ਦਾ ਵਰਲਡ, ਠੀਕ ਹੈ। ਮਤਲਬ ਕਿ ਪੂਰੇ ਵਰਲਡ ਦੇ ਵਿੱਚ ਇੰਡੀਅਨਸ ਕੀ ਪ੍ਰੋਡਿਊਸ ਕਰ ਰਹੇ ਆ। ਹੁਣ ਇੱਥੇ ਇਹ ਮੈਟਰ ਨਹੀਂ ਕਰਦਾ ਕਿ ਪ੍ਰੋਡਿਊਸ ਇੰਡੀਆ 'ਚ ਹੋ ਰਿਹਾ ਕਿ ਬਾਹਰ ਹੋ ਰਿਹਾ, ਕਿਤੇ ਵੀ ਹੋ ਰਿਹਾ ਹੋਵੇ, ਪਰ ਕਰਨ ਵਾਲੇ ਕੌਣ ਹੋਣੇ ਚਾਹੀਦੇ ਆ? ਇੰਡੀਅਨਸ। ਸੋ ਇਹ ਮੇਨਲੀ ਫਰਕ ਆ GDP ਤੇ GNP 'ਚ। GDP 'ਚ ਅਸੀਂ ਦੇਖਦੇ ਆ ਇੰਡੀਆ ਦੇ ਵਿੱਚ ਪ੍ਰੋਡਿਊਸ ਹੋ ਰਿਹਾ, ਕਰ ਕੌਣ ਰਿਹਾ ਇਹ ਮੈਟਰ ਨਹੀਂ ਕਰਦਾ, ਇੰਡੀਅਨ ਆ ਕਿ ਕੋਈ ਬਾਹਰਲਾ ਬੰਦਾ। ਪਰ GNP 'ਚ ਕਰਨ ਵਾਲਾ ਕੌਣ ਹੋਣਾ ਚਾਹੀਦਾ? ਇੰਡੀਅਨ ਹੋਵੇ, ਕਿਤੇ ਵੀ ਵਰਲਡ ਦੇ ਕਿਸੇ ਕੋਨੇ 'ਚ ਵੀ ਹੋਵੇ, ਕੋਈ ਅਮਰੀਕਾ 'ਚ ਬੈਠਾ, ਕੈਨੇਡਾ 'ਚ ਬੈਠਾ ਹੈ, ਕਿਸੇ ਅਰਬ ਕੰਟਰੀ 'ਚ ਬੈਠਾ ਪ੍ਰੋਡਿਊਸ ਕਰ ਰਿਹਾ, ਪਰ ਜੇ ਉਹ ਇੰਡੀਅਨ ਬੰਦਾ ਤਾਂ ਉਹ ਕਾਹਦੇ 'ਚ ਕਾਊਂਟ ਹੋਊਗਾ? GNP 'ਚ, ਠੀਕ ਹੈ। ਇਹਨੂੰ ਅਸੀਂ ਕਾਊਂਟ ਕਿਉਂ ਕਰਦੇ ਹਾਂ? GNP ਤੇ GDP ਨੂੰ ਮੇਨਲੀ ਅਸੀਂ ਆਪਦੀ ਨੈਸ਼ਨਲ ਇਨਕਮ ਉਹਨੂੰ ਕੈਲਕੂਲੇਟ ਕਰਨ ਦੇ ਲਈ ਕਰਦੇ ਹਾਂ, ਕਿਉਂਕਿ ਅੱਗੇ ਜਦੋਂ ਅਸੀਂ GNP ਦੇ ਵਿੱਚੋਂ ਜਿਹੜੇ ਸਾਡੇ ਟੈਕਸ ਆ, ਜਦੋਂ ਉਹਨਾਂ ਨੂੰ ਮਾਈਨਸ ਕਰ ਦਿੰਦੇ ਆ ਤੇ ਸਬਸਿਡੀਜ਼ ਨੂੰ ਐਡ ਕਰਦੇ ਆ, ਤਾਂ ਉਹਦੇ ਤੋਂ ਸਾਡੀ ਕੀ ਨਿਕਲ ਕੇ ਆਉਂਦੀ ਆ? ਨੈਸ਼ਨਲ ਇਨਕਮ, ਸਾਡੀ ਰਾਸ਼ਟਰੀ ਆਮਦਨ, ਠੀਕ ਹੈ ਜੀ। ਇਸ ਤੋਂ ਨੈਕਸਟ ਹਾਂਜੀ ਦੋਸਤੋ, ਅਗਲਾ ਕੁਐਸਚਨ ਜਿਹੜਾ ਹੁੰਦਾ ਉਹ ਆਉਂਦਾ ਜੀ UNFPA। ਦੋਸਤੋ ਇੱਥੇ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਆ ਕਿ UNFPA ਦੀ ਫੁੱਲ ਫਾਰਮ ਕੀ ਆ। ਦੋਸਤੋ UNFPA ਦੀ ਫੁੱਲ ਫਾਰਮ ਆ ਜੋ ਯੂਨਾਈਟਿਡ ਨੇਸ਼ਨਸ ਪਾਪੂਲੇਸ਼ਨ ਫੰਡ, ਠੀਕ ਹੈ ਜੀ। ਇਹ ਕੀ ਹੈ ਜੀ? UNFPA ਦੀ ਫੁੱਲ ਫਾਰਮ, ਠੀਕ ਹੈ ਜੀ। ਹੁਣ ਇਹ ਕੁਐਸਚਨ ਆਇਆ ਕਿਉਂ? ਜਾਣੀ ਕਿ ਦੋਸਤੋ ਇਹ ਕੁਐਸਚਨ ਆਇਆ ਤਾਂ ਕਿਉਂਕਿ UNFPA ਸੁਰਖੀਆਂ 'ਚ ਆਇਆ। UNFPA ਸੁਰਖੀਆਂ 'ਚ ਕਿਉਂ ਆਇਆ? ਦੋਸਤੋ ਇਹ ਹਰ ਸਾਲ ਕੀ ਕਰਦਾ? ਐਨੂਅਲ ਬੇਸਿਸ ਤੇ ਇੱਕ ਰਿਪੋਰਟ ਪਬਲਿਸ਼ ਕਰਦਾ, ਤੇ ਜੇ ਹਰੇਕ ਸਾਲ ਕਰਦਾ 2022 'ਚ ਵੀ ਕੀਤੀ ਹੋਊ, ਤਾਂ 2022 ਦੇ ਵਿੱਚ ਇਹਨਾਂ ਨੇ ਇੱਕ ਰਿਪੋਰਟ ਪਬਲਿਸ਼ ਕੀਤੀ। 2022 ਦੇ ਵਿੱਚ ਇੱਕ ਰਿਪੋਰਟ ਪਬਲਿਸ਼ ਕੀਤੀ। ਇਸ ਰਿਪੋਰਟ ਦਾ ਜੋ ਇਹਨਾਂ ਨੇ ਟਾਈਟਲ ਦਿੱਤਾ ਉਹ ਕੀ ਸੀਗਾ? ਸੀਇੰਗ ਦਾ ਅਨਸੀਨ। ਜਾਣੀ ਕਿ ਅਜਿਹੀ ਚੀਜ਼ਾਂ ਨੂੰ ਵੇਖਣਾ ਜਿਨ੍ਹਾਂ ਨੂੰ ਕੋਈ ਨਹੀਂ ਵੇਖਦਾ, ਜਾਣੀ ਕਿ ਅਜਿਹੇ ਤੱਥ ਸਾਹਮਣੇ ਲੈ ਕੇ ਆਉਣਾ ਜਿਨ੍ਹਾਂ ਨੂੰ ਸਮਾਜ ਕੀ ਕਰ ਰਿਹਾ? ਇਗਨੋਰ ਕਰ ਰਿਹਾ। ਜਾਣੀ ਕਿ ਅਜਿਹੀ ਚੀਜ਼ਾਂ ਨੂੰ ਐਕਸਪਲੋਰ ਕਰਨਾ, ਅਜਿਹੀ ਚੀਜ਼ਾਂ ਨੂੰ ਰਿਵੀਲ ਕਰਨਾ ਆਪਦੇ ਰਿਵਿਊ ਤੋਂ ਬਾਅਦ, ਜਿਹੜੀ ਚੀਜ਼ਾਂ ਲੁਕੀਆਂ ਹੋਈਆਂ ਨੇ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਆ ਉਹਨਾਂ ਦਾ ਸਾਹਮਣੇ ਆਉਣਾ, ਠੀਕ ਹੈ। ਤੇ ਇਸ ਰਿਪੋਰਟ ਦੇ ਵਿੱਚ ਜਿਹੜਾ ਇਹਨਾਂ ਦਾ ਮੁੱਖ ਕੇਂਦਰ ਬਿੰਦੂ ਰਿਹਾ ਉਹ ਸੀਗਾ ਦੋਸਤੋ ਅਨਇੰਟੈਂਡਡ ਪ੍ਰੈਗਨੈਂਸੀ। ਜਾਣੀ ਕਿ ਇੱਕ ਅਜਿਹੀ ਪ੍ਰੈਗਨੈਂਸੀ ਜੋ ਕਿ ਅਣਚਾਹੀ ਆ, ਜੋ ਕਿ ਕਿਸੇ ਪ੍ਰੀਕਾਸ਼ਨ ਨੂੰ ਨਾ ਲੈਣ ਕਰਕੇ ਹੋਈ ਆ, ਜੋ ਕੁਝ ਖਾਸ ਸਰਕਮਸਟੈਂਸਸ ਕਰਕੇ ਹੋਈ ਆ, ਜਿਵੇਂ ਸਰੋਗੇਸੀ ਹੋ ਗਿਆ ਜਾਂ ਹੋਰ ਹੋ ਗਏ, ਤਾਂ ਉਸ ਦੇ ਵਾਸਤੇ ਇਹਨਾਂ ਨੇ ਇੱਕ ਸਲੈਬ ਲਈ 2015 ਤੋਂ 19 ਦੇ ਵਕਫੇ ਦੇ ਵਿੱਚ ਇਹਨਾਂ ਨੇ ਡਾਟਾ ਇਕੱਠਾ ਕੀਤਾ, ਤੇ ਡਾਟਾ ਇਕੱਠਾ ਕਰਕੇ ਇੱਕ ਹੈਰਾਨੀ ਕਰਨ ਵਾਲਾ ਜੋ ਤੱਥ ਸਾਹਮਣੇ ਆਇਆ, ਜਾਣੀ ਕਿ ਪੂਰਾ ਗਲੋਬਲੀ, ਪੂਰੇ ਵਿਸ਼ਵ ਦੇ ਵਿੱਚ 121 ਮਿਲੀਅਨ ਅਜਿਹੀਆਂ ਪ੍ਰੈਗਨੈਂਸੀ ਪਾਈਆਂ ਜੋ ਕਿ ਇੱਛਾ ਦੇ ਵਿਰੁੱਧ ਸੀ, ਦੋਸਤੋ। ਉਸ ਤੋਂ ਬਿਨਾਂ ਦੋਸਤੋ ਇੱਕ ਹੋਰ ਚੀਜ਼ ਤੁਹਾਡੇ ਪੇਪਰ 'ਚ ਆਈ, ਰੁਪਏ ਕਾਰਡ ਕਿਸ ਨੇ ਲਾਂਚ ਕੀਤਾ? ਦੋਸਤੋ ਰੁਪਏ ਕਾਰਡ ਲਾਂਚ ਕੀਤਾ ICICI ਨੇ। ਇਹ ਕਾਈਂਡ ਆਫ ਕ੍ਰੈਡਿਟ ਕਾਰਡ ਆ, ਤੁਹਾਨੂੰ ਪਤਾ ਹੀ ਹੈ ਕ੍ਰੈਡਿਟ ਕਾਰਡ ਦਾ ਯੂਜ਼ ਕੀ ਆ, ਵੀ ਜਾਣੀ ਕਿ ਤੁਸੀਂ ਜੇ ਕਿਤੇ ਸ਼ਾਪਿੰਗ ਕਰਨ ਜਾਂਦੇ ਹੋ, ਤੁਸੀਂ ਇਸ ਤੋਂ ਸ਼ਾਪਿੰਗ ਕਰ ਸਕਦੇ ਹੋ, ਕੋਈ ਚੀਜ਼ ਬਾਈ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਤੁਹਾਡਾ ਕ੍ਰੈਡਿਟ ਹੈਗਾ ਉਸ ਨੂੰ ਤੁਹਾਡੇ ਅਕਾਊਂਟ 'ਚੋਂ ਡੈਬਿਟ ਕਰ ਲਿਆ ਜਾਂਦਾ ਗਾ, ਥੋੜਾ ਕਰਕੇ ਬੈਂਕ ਤੁਹਾਨੂੰ ਇੰਸਟਾਲਮੈਂਟ 'ਚ ਲੈ ਲੈਂਦੀ ਹੈਗੀ। ਦੋਸਤੋ ਇਹ ਜਿਹੜੀ ਕਾਰਡ ਲਾਂਚ ਕੀਤਾ ਗਿਆ, ਇਹ ਕਿਸ ਦੀ ਸਹਾਇਤਾ ਨਾਲ ਕੀਤਾ ਗਿਆ? NPCI। ਤੇ ਕੁਐਸਚਨ ਦੋਸਤੋ ਅਗਲੀ ਵਾਰ ਤੁਹਾਨੂੰ NPCI ਤੇ ਆ ਸਕਦਾ, ਕਿਸ ਤੇ ਆ ਸਕਦਾ? NPCI ਤੇ ਆ ਸਕਦਾ। ਤਾਂ ਦੋਸਤੋ ਸਾਨੂੰ NPCI ਬਾਰੇ ਪਤਾ ਹੋਣਾ ਚਾਹੀਦਾ ਵੀ NPCI ਹੈ ਕੀ ਚੀਜ਼ ਆ। ਦੋਸਤੋ NPCI ਦੀ ਪਹਿਲਾਂ ਫੁੱਲ ਫਾਰਮ ਦੇਖੋ ਹੈ ਕੀ ਆ। ਦੋਸਤੋ NPCI ਦੀ ਫੁੱਲ ਫਾਰਮ ਆ ਗਈ ਨੈਸ਼ਨਲ, N ਫॉर ਨੈਸ਼ਨਲ, P ਫॉर ਪੇਮੈਂਟਸ, C ਫॉर ਕਾਰਪੋਰੇਸ਼ਨ ਆਫ ਇੰਡੀਆ। ਜਾਣੀ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ, ਜਾਣੀ ਕਿ ਭਾਰਤ ਦੀ ਇੱਕ ਅਜਿਹੀ ਕਾਰਪੋਰੇਸ਼ਨ ਜੋ ਕਿਸ ਦੇ ਨਾਲ ਮੁਤਲਕ ਹੋਊਗੀ? ਉਹ ਹੋਊਗੀ ਦੋਸਤੋ ਪੇਮੈਂਟਸ ਦੇ ਨਾਲ। ਦੋਸਤੋ ਇਹ ਜਿਹੜੀ ਡਿਵੀਜ਼ਨ ਆ ਇਹ ਕਿਹਦੀ ਆ ਗਈ? ਰਿਜ਼ਰਵ ਬੈਂਕ ਆਫ ਇੰਡੀਆ ਦੀ। ਜਾਣੀ ਕਿ ਇਹ ਇੱਕ ਰਿਜ਼ਰਵ ਬੈਂਕ ਆਫ ਇੰਡੀਆ ਦਾ ਕੀ ਆ? ਭਾਗ ਆ,
ਠੀਕ ਹੈ ਜੀ। ਤੇ ਇਸ ਨੂੰ ਕੰਟਰੋਲ ਕੌਣ ਕਰਦਾ, ਇਸ ਦੇ ਉੱਪਰ ਜੁਰਿਸਡਿਕਸ਼ਨ ਕਿਹਦੀ ਆ, ਕਿਸ ਦੇ ਖੇਤਰ ਦੇ ਵਿੱਚ ਆਉਂਦੀ ਆ, ਕਿਹੜੀ ਮਿਨਿਸਟਰੀ ਦੇ ਖੇਤਰ ਦੇ ਵਿੱਚ ਆਉਂਦੀ ਆ ਦੋਸਤੋ। ਜੇ ਗੱਲ ਹੋ ਰਹੀ ਹੈਗੀ, ਗੱਲ ਹੋ ਰਹੀ ਆ ਬੈਂਕਸ ਦੀ, ਠੀਕ ਹੈ ਜੀ, ਗੱਲ ਹੋ ਰਹੀ ਆ ਪੇਮੈਂਟਸ ਦੀ, ਤਾਂ ਰਿਲੇਟਡ ਕਿਹਦੀ ਆ, ਫਾਈਨੈਂਸ ਦੇ ਆ। ਤੇ ਦੋਸਤੋ ਇਹ ਕਿਸ ਦੇ ਅੰਡਰ ਆਉਂਦੀ ਆ, ਮਿਨਿਸਟਰੀ ਆਫ ਫਾਈਨੈਂਸ ਦੇ ਆਉਂਦੀ ਆ, ਠੀਕ ਹੈ ਜੀ। ਤੇ ਇਹ ਕ੍ਰੀਏਟਡ ਕੀਤੀ ਗਈ ਸੀ ਆਰਬੀਆਈ ਦੁਆਰਾ। ਤੇ ਇਹਦਾ ਮੁੱਖ ਕੰਮ ਕੀ ਹੈਗਾ, ਜਿੰਨੀ ਵੀ ਰਿਟੇਲ ਪੇਮੈਂਟ ਹੁੰਦੀਆਂ ਨੇ ਉਹਨਾਂ ਨੂੰ ਆਪਰੇਟ ਕਰਨਾ ਤੇ ਨਾਲ ਹੀ ਉਹਨਾਂ ਦਾ ਕੀ ਕਰਨਾ, ਸੈਟਲਮੈਂਟ ਕਰਨਾ। ਜਿਹੜੀਆਂ ਪੇਮੈਂਟ ਨੇ ਉਹ ਪਹਿਲਾਂ ਦੇਣੀਆਂ ਤੇ ਫਿਰ ਉਹਨਾਂ ਨੂੰ ਕਰਨਾ, ਲੋਕਾਂ ਤੋਂ ਵਸੂਲਣਾ। ਇਹ ਕਿਸ ਦੇ ਅੰਡਰ ਆਉਂਦਾ ਹੈਗਾ, ਇਸ ਬਾਡੀ ਦੇ ਅੰਡਰ ਆਉਂਦਾ ਹੈਗਾ। ਉਦੋਂ ਅੱਗੇ ਦੋਸਤੋ ਡਾਂਸ ਆ ਗਿਆ, ਮੈਂ ਕਰਾਂਗਾ ਤੁਹਾਨੂੰ। ਜਿਵੇਂ ਕਿ ਤੁਹਾਡੇ ਪੇਪਰ 'ਚ ਬਹੁਤ ਸਾਰੇ ਕੁਐਸਚਨਸ ਡਾਂਸਸ ਨੂੰ ਦੇਖਣ ਨੂੰ ਮਿਲੇ, ਠੀਕ ਹੈ। ਸਾਡੇ ਇੰਡੀਆ ਦੇ ਵਿੱਚ ਕਿੰਨੇ 8 ਕਲਾਸੀਕਲ ਡਾਂਸ ਆ। ਹੁਣ ਇਹਦੇ ਵਿੱਚ ਕੁਐਸਚਨ ਆ ਸਕਦਾ ਵੀ ਕਿਹੜਾ ਕਲਾਸੀਕਲ ਡਾਂਸ ਕਿਹੜੀ ਸਟੇਟ ਦਾ, ਜਾਂ ਮੇਨਲੀ ਡਾਇਰੈਕਸ਼ਨ ਪੁੱਛ ਸਕਦੇ ਆ ਵੀ ਨਾਰਥ ਦਾ, ਸਾਊਥ ਦਾ, ਈਸਟ ਦਾ, ਵੈਸਟ ਦਾ, ਠੀਕ ਹੈ। ਹੁਣ ਇਹਦੇ ਵਿੱਚ ਸਾਡਾ ਸਭ ਤੋਂ ਪਹਿਲਾਂ ਡਾਂਸ ਆਉਂਦਾ ਭਾਰਤਨਾਟਿਅਮ। ਭਾਰਤਨਾਟਿਅਮ ਕਿਹੜੀ ਸਟੇਟ ਦਾ ਡਾਂਸ ਆ, ਤਮਿਲਨਾਡੂ ਦਾ, ਠੀਕ ਹੈ। ਜੇ ਡਾਇਰੈਕਸ਼ਨ ਵਾਈਜ਼ ਪੁੱਛ ਲੈਣ ਤਾਂ ਤਮਿਲਨਾਡੂ ਕਿਹੜੀ ਡਾਇਰੈਕਸ਼ਨ 'ਚ ਆ, ਸਾਊਥ 'ਚ, ਠੀਕ ਹੈ, ਸਾਊਥ ਡਾਇਰੈਕਸ਼ਨ ਦਾ। ਸਿਮਿਲਰਲੀ ਕੱਥਕ, ਕੱਥਕ ਡਾਂਸ ਕਿੱਥੋਂ ਦਾ, ਯੂਪੀ ਦਾ। ਇਹਨੂੰ ਓਵਰਆਲ ਬੋਲ ਦਿੰਦੇ ਆ ਨਾਰਥ ਇੰਡੀਆ, ਜਾਣੀ ਕਿ ਉੱਤਰੀ ਭਾਰਤ ਦਾ ਡਾਂਸ, ਠੀਕ ਹੈ। ਇਸ ਤੋਂ ਬਾਅਦ ਅਗਲਾ ਡਾਂਸ ਆ ਕੁਚੀਪੁੜੀ। ਕੁਚੀਪੁੜੀ ਆ ਆਂਧਰਾ ਪ੍ਰਦੇਸ਼ ਦਾ। ਹੁਣ ਆਂਧਰਾ ਪ੍ਰਦੇਸ਼ ਸਟੇਟ ਵੀ ਕਿਹੜੀ ਡਾਇਰੈਕਸ਼ਨ 'ਚ ਆ, ਸਾਊਥ 'ਚ। ਸੋ ਇਹ ਡਾਂਸ ਵੀ ਕਿਹੜੀ ਸਟੇਟ ਦਾ, ਸਾਊਥ ਦਾ। ਇਸ ਤੋਂ ਬਾਅਦ ਡਾਂਸ ਆਉਂਦਾ ਵਾ ਉੜੀਸੀ। ਉੜੀਸੀ ਹੁਣ ਨਾਮ ਤੋਂ ਹੀ ਕਲੀਅਰ ਆ, ਠੀਕ ਹੈ, ਕਿਹੜੀ ਸਟੇਟ ਦਾ ਹੋਊਗਾ, ਉੜੀਸਾ ਦਾ। ਹੁਣ ਉੜੀਸਾ ਸਟੇਟ ਥੋੜੀ ਉੱਪਰ ਨੂੰ ਚਲੀ ਜਾਂਦੀ ਹੈ ਤਾਂ ਆਪਾਂ ਇਹਨੂੰ ਈਸਟ ਦਾ ਡਾਂਸ ਬੋਲ ਸਕਦੇ ਹਾਂ, ਪੂਰਬ ਦਾ ਡਾਂਸ, ਠੀਕ ਹੈ। ਕਥਕਲੀ ਕੇਰਲਾ। ਕੇਰਲਾ ਵੀ ਕਿੱਥੇ ਆਉਂਦਾ, ਨੀਚੇ ਆਉਂਦਾ, ਸਾਊਥ 'ਚ ਆਉਂਦਾ। ਸੋ ਇਹ ਕਿਹੜੀ ਸਟੇਟ ਦਾ ਡਾਂਸ ਆ, ਸਾਊਥ ਦਾ, ਦੱਖਣ ਦਾ। ਸੱਤਰੀਆ, ਸੱਤਰੀਆ ਡਾਂਸ ਜਿਹੜਾ ਕਿ ਪੇਪਰ 'ਚ ਆਇਆ ਹੋਇਆ, ਠੀਕ ਹੈ, ਇਸ ਤੋਂ ਸੁਬਾਹ ਵਾਲੀ ਸ਼ਿਫਟ ਦੇ ਵਿੱਚ ਆਇਆ ਸੀ। ਕਿਹੜੀ ਸਟੇਟ ਦਾ ਡਾਂਸ ਆ, ਅਸਾਮ ਦਾ। ਅਸਾਮ ਕਿਹੜੀ ਡਾਇਰੈਕਸ਼ਨ 'ਚ ਆ, ਨਾਰਥ ਈਸਟ, ਉੱਤਰ ਪੂਰਬੀ ਰਾਜ ਆ ਸਾਡਾ। ਜਿਹੜੀਆਂ 7 ਸਿਸਟਰਸ ਆਉਂਦੀਆਂ, ਠੀਕ ਹੈ, ਅਸਾਮ, ਨਾਗਾਲੈਂਡ, ਮਨੀਪੁਰ, ਉਹਨਾਂ ਵਿੱਚੋਂ ਇੱਕ ਸਟੇਟ ਆ ਅਸਾਮ, ਉੱਥੋਂ ਦਾ ਡਾਂਸ ਆ ਫੇਮਸ ਸੱਤਰੀਆ। ਇਸ ਤੋਂ ਬਾਅਦ ਮਨੀਪੁਰੀ ਡਾਂਸ। ਮਨੀਪੁਰੀ ਵੀ ਹੁਣ ਨਾਮ ਤੋਂ ਕਲੀਅਰ ਆ, ਮਨੀਪੁਰ ਸਟੇਟ ਦਾ ਡਾਂਸ ਆ, ਠੀਕ ਹੈ। ਹੁਣ ਮਨੀਪੁਰ ਸਟੇਟ ਵੀ ਕਿੱਥੇ ਆਉਂਦੀ ਹੈ, ਸਾਡੇ ਨਾਰਥ ਈਸਟ 'ਚ, ਉੱਤਰ ਪੂਰਬ 'ਚ। ਤੇ ਇਸ ਤੋਂ ਬਾਅਦ ਆ ਗਿਆ ਡਾਂਸ ਮੋਹਿਨੀ ਅੱਟਮ। ਇਹ ਕਿੱਥੋਂ ਦਾ, ਕੇਰਲਾ ਦਾ। ਸੋ ਕੇਰਲਾ ਦੇ ਆਪਾਂ 2 ਡਾਂਸ ਦੇਖੇ, ਇੱਕ ਕਥਕਲੀ ਤੇ ਮੋਹਿਨੀ ਅੱਟਮ। ਸਭ ਤੋਂ ਪਹਿਲਾਂ ਭਾਰਤਨਾਟਿਅਮ ਤਮਿਲਨਾਡੂ, ਕੱਥਕ ਯੂਪੀ, ਕੁਚੀਪੁੜੀ ਆਂਧਰਾ ਪ੍ਰਦੇਸ਼, ਉੜੀਸੀ ਉੜੀਸਾ ਦਾ, ਕਥਕਲੀ ਤੇ ਮੋਹਿਨੀ ਅੱਟਮ ਕੇਰਲਾ, ਸੱਤਰੀਆ ਅਸਾਮ, ਮਨੀਪੁਰੀ ਮਨੀਪੁਰ ਦਾ, ਠੀਕ ਹੈ। ਇਸ ਤੋਂ ਇਲਾਵਾ ਕੁਝ ਤੁਹਾਡੇ ਤੋਂ ਜਿਵੇਂ ਕਹਿ ਸਕਦੇ ਆਪਾਂ, ਇਹ ਸੀ ਜਿਹੜੇ ਆਪਣੇ ਕਲਾਸੀਕਲ ਡਾਂਸ। ਕਲਾਸੀਕਲ ਡਾਂਸ ਕੀ ਹੁੰਦੇ, ਜਿਹੜੇ ਬਹੁਤ ਪੁਰਾਣੇ ਟਾਈਮ ਤੋਂ ਚੱਲ ਰਹੇ ਆ, ਪੁਰਾਣੇ। ਕੁਝ ਹੁੰਦੇ ਆ ਸਾਡੇ ਫੋਕ ਡਾਂਸ, ਜਿਵੇਂ ਕਿ ਪੰਜਾਬ ਦਾ ਆਪਾਂ ਕਹਿ ਸਕਦੇ ਆ ਭੰਗੜਾ ਹੋ ਗਿਆ, ਗਿੱਧਾ ਹੋ ਗਿਆ, ਠੀਕ ਹੈ। ਇਵੇਂ ਰਾਜਸਥਾਨ ਦਾ ਇੱਕ ਫੋਕ ਡਾਂਸ ਆ ਤੁਹਾਡੇ ਪੇਪਰ 'ਚ ਆਇਆ ਹੋਇਆ, ਸ਼ਰੀ ਡਾਂਸ, ਠੀਕ ਹੈ। ਇਹ ਫੀਮੇਲ ਡਾਂਸ ਆ ਜਿਹਦੇ ਵਿੱਚ ਇਹ ਮਟਕਿਆਂ ਨੂੰ ਲੈ ਕੇ ਡਾਂਸ ਕਰਦੀਆਂ, ਠੀਕ ਹੈ। ਸੋ ਇਸ ਤੋਂ ਇਲਾਵਾ ਹੋਰ ਪੁੱਛ ਸਕਦੇ ਆ, ਜਿਵੇਂ ਕਿ ਗੁਜਰਾਤ ਦਾ ਗਰਬਾ ਹੋ ਗਿਆ, ਮਹਾਰਾਸ਼ਟਰ ਦਾ ਲਵਾਨੀ ਡਾਂਸ ਆ, ਇੱਕ ਚਾਓ ਡਾਂਸ ਆ, ਠੀਕ ਹੈ। ਇਹ ਵੀ ਇੱਧਰ ਨਾਰਥ ਈਸਟ ਵਾਲੀਆਂ ਸਟੇਟਸ ਦਾ ਡਾਂਸ ਆ, ਅਸਾਮ ਦਾ ਡਾਂਸ ਆ। ਸੋ ਫੋਕ ਡਾਂਸ ਤੇ ਕਲਾਸੀਕਲ ਡਾਂਸ ਤੁਹਾਡੇ ਪੇਪਰ ਦੇ ਲਈ ਇੰਪੋਰਟੈਂਟ ਹੋ ਜਾਂਦੇ ਆ। ਇਸ ਤੋਂ ਬਾਅਦ ਸਾਡਾ ਅਗਲਾ ਕੁਐਸਚਨ ਆ ਬੈਂਗਲੋਰ ਸੈਟੇਲਾਈਟ, ਠੀਕ ਹੈ, ਸੈਟੇਲਾਈਟ। ਇਹ ਕੀ ਹੈ, ਇੱਕ ਇਸਰੋ ਨੇ ਸੈਟੇਲਾਈਟ ਲਾਂਚ ਕੀਤੀ ਆ। ਕਿਹੜੇ ਲਾਂਚ ਵਹੀਕਲ ਤੋਂ ਕੀਤੀ ਆ, PSLV C53। PSLV ਦੀ ਫੁੱਲ ਫਾਰਮ ਕੀ ਆ, ਪੋਲਰ ਸੈਟੇਲਾਈਟ ਲਾਂਚ ਵਹੀਕਲ, ਠੀਕ ਹੈ। ਜਿਹੜੀਆਂ ਆਪਾਂ ਸੈਟੇਲਾਈਟਸ ਲਾਂਚ ਕਰਦੇ ਆ, ਸਾਡੀ ਇਸਰੋ ਕੀ ਆ, ਸਾਡੀ ਇੱਕ ਸੈਂਟਰਲ ਏਜੰਸੀ ਆ, ਸਾਡੀ ਸਪੇਸ ਰਿਸਰਚ ਆਰਗੇਨਾਈਜੇਸ਼ਨ ਆ, ਜਿਹਦੀ ਫੁੱਲ ਫਾਰਮ ਕੀ ਆ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਜਿਹੜੀ ਕਿ ਸਾਡੀ ਕੰਟਰੀ ਦੀਆਂ ਸੈਟੇਲਾਈਟਸ ਨੂੰ ਲਾਂਚ ਕਰਨ ਦਾ ਕੰਮ ਕਰਦੀ ਆ। ਉਹ ਲਾਂਚ ਕਰਨ ਦੇ ਲਈ ਅਲੱਗ-ਅਲੱਗ ਵਹੀਕਲਸ ਹੁੰਦੇ ਆ, ਜਿਵੇਂ ਇੱਕ ਹੁੰਦੇ GSLV ਹੁੰਦੇ ਆ, PSLV। ਸੋ ਜਿਹੜੀਆਂ ਇਹ ਰੀਸੈਂਟਲੀ ਬੈਂਗਲੁਰੂ ਦੀਆਂ ਸੈਟੇਲਾਈਟਸ ਲਾਂਚ ਕੀਤੀਆਂ ਗਈਆਂ, ਉਹ ਕਿਹੜੇ ਵਹੀਕਲ ਤੋਂ ਕੀਤੀਆਂ ਗਈਆਂ, PSLV C53, ਠੀਕ ਹੈ। ਕਿਹੜੀ ਪਲੇਸ ਤੋਂ ਲਾਂਚ ਕੀਤੀਆਂ ਗਈਆਂ, ਸ਼੍ਰੀ ਹਰੀਕੋਟਾ ਆਂਧਰਾ ਪ੍ਰਦੇਸ਼। ਹੁਣ ਇਹ ਸ਼੍ਰੀ ਹਰੀਕੋਟਾ ਆਂਧਰਾ ਪ੍ਰਦੇਸ਼ ਸਾਡੇ ਈਸਟ 'ਚ ਆਉਂਦਾ, ਠੀਕ ਹੈ, ਈਸਟ ਕੋਸਟ ਮਤਲਬ ਕਿ ਪੂਰਬੀ ਤੱਟ ਤੇ ਆਉਂਦਾ ਵਾ। ਹੁਣ ਜੇ ਤੁਸੀਂ ਦੇਖੋਗੇ ਮੋਸਟਲੀ ਸਾਰੀਆਂ ਕੰਟਰੀਜ਼ ਦੀਆਂ ਜਿਹੜੀਆਂ ਸੈਟੇਲਾਈਟਸ ਆ ਉਹ ਪੂਰਬੀ ਕੋਸਟ ਯਾਨੀ ਕਿ ਈਸਟ ਕੋਸਟ ਤੋਂ ਲਾਂਚ ਕੀਤੀਆਂ ਜਾਂਦੀਆਂ, ਠੀਕ ਹੈ। ਹੁਣ ਇਹਦਾ ਕਾਰਨ ਕੀ ਆ, ਆਪਾਂ ਇਧਰਲੀ ਸਾਈਡ ਤੋਂ ਜਿਹੜੀਆਂ ਗੁਜਰਾਤ ਮਹਾਰਾਸ਼ਟਰ ਵਾਲੀਆਂ ਸਟੇਟਸ ਆ, ਕੇਰਲਾ, ਇੱਥੋਂ ਕਿਉਂ ਨਹੀਂ ਲਾਂਚ ਕਰਦੇ? ਇਹਦਾ ਕਾਰਨ ਆ ਸਾਡੀ ਧਰਤੀ ਦਾ ਘੁੰਮਣਾ। ਸਾਡੀ ਧਰਤੀ ਕਿਹੜੀ ਡਾਇਰੈਕਸ਼ਨ 'ਚ ਘੁੰਮਦੀ ਆ, ਵੈਸਟ ਟੂ ਈਸਟ, ਠੀਕ ਹੈ, ਪੱਛਮ ਤੋਂ ਪੂਰਬ ਵੱਲ ਘੁੰਮਦੀ ਆ। ਹੁਣ ਜੇ ਤੁਸੀਂ ਇਸ ਵੈਸਟ ਕੋਸਟ ਤੋਂ ਸੈਟੇਲਾਈਟ ਲਾਂਚ ਕਰੋਗੇ, ਕੋਈ ਵੀ ਚੀਜ਼ ਆਪਾਂ ਲਾਂਚ ਕਰਦੇ ਆ ਤਾਂ ਜਦੋਂ ਧਰਤੀ ਘੁੰਮਦੀ ਆ ਤਾਂ ਉਹਦੇ ਤੇ ਵੀ ਉਹ ਫੋਰਸ ਲੱਗਦੀ ਆ, ਜਿਹਨੂੰ ਬੋਲਦੇ ਆ ਕੋਰੀਓਲਿਸ ਫੋਰਸ।
ਤਾਂ ਜੇ ਤੁਸੀਂ ਵੈਸਟ ਕੋਸਟ ਤੋਂ ਸੈਟੇਲਾਈਟ ਲਾਂਚ ਕਰੋਗੇ ਤਾਂ ਉਹ ਕੋਰੀਓਲਿਸ ਫੋਰਸ ਦੇ ਨਾਲ ਕਿੱਧਰ ਨੂੰ ਘੁੰਮੂਗੀ। ਬਾਈ ਚਾਂਸ ਉਹ ਸੈਟੇਲਾਈਟ ਫੇਲ ਹੋ ਜਾਂਦੀ ਤਾਂ ਘੁੰਮ ਕੇ ਕਿੱਥੇ ਆ ਕੇ ਡਿੱਗ ਸਕਦੀ ਆ, ਇੰਡੀਆ ਤੇ। ਇਸੇ ਲਈ ਇਧਰਲੀ ਸਾਈਡ ਆਪਣੇ ਕੀ ਆ, ਓਸ਼ਨ ਆ, ਠੀਕ ਹੈ। ਤਾਂ ਇੱਥੋਂ ਸੈਟੇਲਾਈਟਸ ਲਾਂਚ ਕੀਤੀਆਂ ਜਾਂਦੀਆਂ ਵੀ ਬਾਈ ਚਾਂਸ ਕੋਈ ਪ੍ਰੋਬਲਮ ਵੀ ਆਵੇ ਤਾਂ ਉਹ ਸੈਟੇਲਾਈਟ ਕਿੱਥੇ ਆਊਗੀ, ਓਸ਼ਨ 'ਚ ਆਊਗੀ। ਸੋ ਜ਼ਿਆਦਾਤਰ ਸਾਡੀਆਂ ਸੈਟੇਲਾਈਟਸ ਕਿੱਥੋਂ ਲਾਂਚ ਕੀਤੀਆਂ ਜਾਂਦੀਆਂ, ਈਸਟ ਕੋਸਟ ਤੋਂ। ਮੇਨਲੀ ਪਲੇਸ ਕੀ ਆ, ਸ਼੍ਰੀ ਹਰੀਕੋਟਾ, ਆਂਧਰਾ ਪ੍ਰਦੇਸ਼। ਇਸ ਤੋਂ ਅੱਗੇ ਇਹ ਸੈਟੇਲਾਈਟ ਹੈ ਕੀ ਸੀ ਉਹ ਤੁਹਾਨੂੰ ਸਰ ਐਕਸਪਲੇਨ ਕਰ। ਹਾਂਜੀ ਦੋਸਤੋ, ਜਿਵੇਂ ਤੁਸੀਂ ਇਹ ਪੜ੍ਹਿਆ, ਇਹ ਜਿਹੜਾ ਮੈਮ ਨੇ ਵਹੀਕਲ ਦੀ ਗੱਲ ਕੀਤੀ, ਇਹਦੇ ਵਿੱਚ 3 ਸੈਟੇਲਾਈਟ ਸੀਗੀਆਂ ਜਿਹੜੀਆਂ ਉਹ ਸਿੰਗਾਪੁਰ ਤੋਂ ਕੈਰੀ ਕੀਤੀਆਂ ਗਈਆਂ ਸੀ ਨਾਲ, ਮਤਲਬ ਕਿ ਸਿੰਗਾਪੁਰ ਦੀਆਂ ਸੀਗੀਆਂ ਸੈਟੇਲਾਈਟ, ਇੱਥੋਂ ਇਹਨਾਂ ਨੂੰ ਕੈਰੀ ਕਰਕੇ ਜੋ ਉੱਪਰ ਭੇਜਿਆ ਗਿਆ। ਦੋਸਤੋ ਇਹਦੇ ਵਿੱਚ ਜਿਹੜੇ 3 ਕੁਐਸਚਨ ਬਣ ਸਕਦੇ ਨੇ। ਪਹਿਲਾ ਵੀ ਇਹ ਜਿਹੜਾ ਮਿਸ਼ਨ ਹੈ, ਦੇਖੋ ਇਸਰੋ ਜਿੰਨੇ ਵੀ ਮਿਸ਼ਨ ਕਰਦੀ ਆ ਉਹ ਕਿਸੇ ਸਾਥੀ ਸੰਸਥਾ ਦੇ ਨਾਲ ਕਰਦੀ ਆ, ਤਾਂ ਉੱਥੇ ਉਹਦੀ ਜਿਹੜੀ ਸਹਿਯੋਗੀ ਸੰਸਥਾ ਕੌਣ ਸੀ ਇਸ ਮਿਸ਼ਨ ਦੇ ਵਿੱਚ, ਨਿਊ ਸਪੇਸ ਇੰਡੀਆ ਲਿਮਿਟਡ, NSIL। ਤੇ ਜਾਣੀ ਕਿ ਇਹ NSIL ਦਾ ਕਿੰਨਵਾਂ ਕਮਰਸ਼ੀਅਲ ਮਿਸ਼ਨ ਸੀਗਾ, ਇਹ ਸੈਕੰਡ ਡੈਡੀਕੇਟਡ ਕਮਰਸ਼ੀਅਲ ਮਿਸ਼ਨ ਸੀਗਾ। ਇਸ ਤੋਂ ਬਿਨਾਂ ਦੋਸਤੋ ਇਸ 'ਚ 2 ਜਿਹੜੀਆਂ ਸੈਟੇਲਾਈਟ ਨੇ ਮੇਨ ਨੇ, ਇੱਕ ਤਾਂ ਹੈਗੇ ਨਿਊਸਰ ਸੈਟੇਲਾਈਟ। ਨਿਊਸਰ ਸੈਟੇਲਾਈਟ ਦਾ ਕੰਮ ਕੀ ਹੈਗਾ ਦੋਸਤੋ, ਕੀ ਕੰਮ ਕਰੂਗੀ ਜਿਹੜੀ ਉਹ ਭੇਜੀ ਗਈ ਆ, ਇੱਕ ਤਾਂ ਸਾਨੂੰ ਉਹ ਜਿਹੜਾ ਦਾ ਮੇਨ ਕੰਮ ਕੀ ਹੈਗਾ, ਉਹ ਸਾਨੂੰ ਇਮੇਜਸ ਦਊਗੀ, ਫੋਟੋਆਂ ਦਊਗੀ, ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ, ਕਿਹੋ ਜਿਹਾ ਮੌਸਮ ਹੋਵੇ, ਉਹ ਸਾਨੂੰ ਕੀ ਭੇਜੂਗੀ, ਫੋਟੋਆਂ ਭੇਜੂਗੀ। ਤੇ ਇੱਕ ਜਿਹੜੀ ਸਭ ਤੋਂ ਮੇਨ ਆ ਦੋਸਤੋ, ਪੱਕਾ 100% ਤੁਹਾਡੇ ਪੇਪਰ 'ਚ ਆਊਗੀ, ਅਗਲੇ ਜੋ ਵੀ ਤੁਸੀਂ ਕੋਈ ਪੇਪਰ ਦੋਗੇ, ਉਹ ਹੈਗਾ ਦਾਸਕੋਵ 1 ਸੈਟੇਲਾਈਟ ਹੈ। ਇਹਦੇ ਵਿੱਚ ਕੀ ਆ ਦੋਸਤੋ, ਇੱਕ ਸਟੂਡੈਂਟ ਸੈਟੇਲਾਈਟ ਸੀਰੀਜ਼ ਚਲਾਈ ਹੈ ਜਿਸ ਦੇ ਵਿੱਚ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਜਿਹੜੇ ਇੰਟਰਨ ਕਰ ਰਹੇ ਨੇ ਸਟੂਡੈਂਟ ਉੱਥੇ ਇਸਰੋ ਦੇ ਵਿੱਚ, ਉਹੀ ਕਰਦੇ ਸੈਟੇਲਾਈਟ ਤਿਆਰ ਕਰਦੇ ਨੇਗੇ। ਤੇ ਉਹਦੇ ਵਿੱਚ ਪਹਿਲੀ ਜਿਹੜੀ ਸੈਟੇਲਾਈਟ ਛੱਡੀ ਗਈ ਸਕੂਪ 1 ਛੱਡੀ ਗਈ ਹੈ, ਤੇ ਅੱਗੇ ਹੋਰ ਇਸ ਸੀਰੀਜ਼ ਦੇ ਵਿੱਚ ਕੀ ਆਉਣੇ ਨੇ, ਸੈਟੇਲਾਈਟਸ ਆਉਣੇ ਗਏ ਨੇ, ਠੀਕ ਹੈ ਜੀ। ਇਸਰੋ ਦੇ ਜਿਹੜੇ ਕਰੰਟ ਚੇਅਰਮੈਨ ਨੇ ਦੋਸਤੋ ਕੌਣ ਨੇ, ਐਸ ਸੋਮਨਾਥ ਨੇ। ਤੇ ਉਹਨਾਂ ਨੇ ਕਿਹਨੂੰ ਰਿਪਲੇਸ ਕੀਤਾ, ਯਾਨੀ ਕਿਸ ਤੋਂ ਬਾਅਦ ਇਹਨਾਂ ਨੇ ਇਹ ਗੱਦੀ ਸੰਭਾਲੀ ਆ, ਉਹ ਹੈਗੇ ਨੇ ਕੇ ਸਿਵਾਨ। ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਬੇਹੱਦ ਪਸੰਦ ਆਈ ਹੋਵੇਗੀ, ਠੀਕ ਹੈ। ਜੇਕਰ ਤੁਹਾਨੂੰ ਸਾਡਾ ਕੰਟੈਂਟ ਹੈ ਜਿਹੜਾ ਯੂਸਫੁਲ ਲੱਗਦਾ, ਤੁਹਾਨੂੰ ਲੱਗਦਾ ਕਿ ਹਾਂ ਇਹ ਉਹ ਸ਼ਖਸ ਨੇ ਜੋ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾ ਸਕਦੇ ਨੇ, ਤਾਂ ਪਲੀਜ਼ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਸਾਡੀਆਂ ਹੋਰ ਵੀਡੀਓ ਤੁਸੀਂ ਸ਼ੇਅਰ ਤੇ ਸਬਸਕ੍ਰਾਈਬ ਕਰੋ ਨਾ ਕਰੋ, ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਅੱਜ ਸਾਡੇ ਭੈਣ ਭਰਾਵਾਂ ਨੇ ਰੀਸੈਂਟ ਪੇਪਰ ਦਿੱਤਾ, ਬੜੀਆਂ ਹੀ ਟੈਨਸ਼ਨਸ ਹੁੰਦੀਆਂ ਨੇ। ਜੇ ਅਸੀਂ ਕਿਸੇ ਦੀ 10% ਵੀ ਸਟ੍ਰੈਸ ਘਟਾ ਸਕੇ ਤਾਂ ਸਾਡਾ ਜੀਵਨ ਸਫਲ ਹੋ ਜਾਊਗਾ। ਸੋ ਪਲੀਜ਼ ਇਸ ਨੂੰ ਸ਼ੇਅਰ ਕਰਨਾ। ਧੰਨਵਾਦ ਦੋਸਤੋ।